ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਆਪਾਂ ਅੱਜ 18 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਸਾਰੇ ਇੰਪੋਰਟੈਂਟ ਇਹਦੇ ਵਿੱਚ ਇਨਕਲੂਡ ਕੀਤੇ ਹੋਏ ਨੇ ਜਿਹੜੇ ਵੀ ਇੰਪੋਰਟੈਂਟ ਨਿਊਜ਼ ਇਸ ਤੋਂ ਬਣਦੀਆਂ ਨੇ 18 ਸਤੰਬਰ ਤੋਂ। ਠੀਕ ਹੈ, ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਵੀਡੀਓਜ਼ ਅਪਲੋਡਡ ਨੇ, ਚਾਹੇ ਉਹ ਅਗਸਤ ਮੰਥ ਦੀਆਂ ਚਾਹੇ ਸਤੰਬਰ ਮੰਥ ਦੀਆਂ ਨੇ, MCQs ਵੀਡੀਓਜ਼ ਹੈ, ਅਪੁਆਇੰਟਮੈਂਟ ਨਾਲ ਰਿਲੇਟਡ ਹੈ, ਸਾਰੀਆਂ ਤੁਸੀਂ ਦੇਖ ਲੈਣੀ ਹੈ ਤਾਂ ਕਿ ਜਿਹੜੀ ਤੁਹਾਡੀ ਰਿਵੀਜ਼ਨ ਹੈ ਉਹ ਬੈਟਰ ਵੇ ਨਾਲ ਹੋ ਸਕੇ। ਵਿਦਾਊਟ ਵੇਸਟਿੰਗ ਐਨੀ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਸੈਸ਼ਨ। ਹਾਂਜੀ, ਜਿਹੜੀ ਪਹਿਲੀ ਨਿਊਜ਼ ਹੈ ਇੰਪੋਰਟੈਂਟ ਡੇਜ਼ ਤੋਂ ਹੈ। 16 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਡੇ ਫॉर ਪ੍ਰੀਜ਼ਰਵੇਸ਼ਨ ਆਫ ਓਜ਼ੋਨ ਲੇਅਰ। ਓਜ਼ੋਨ ਜਿਹੜੀ ਲੇਅਰ ਹੈ ਉਹਦੇ ਰੱਖ ਰਖਾਵ ਲਈ, ਪ੍ਰੀਜ਼ਰਵੇਸ਼ਨ ਲਈ ਇੰਟਰਨੈਸ਼ਨਲ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ 16 ਸਤੰਬਰ ਨੂੰ। ਠੀਕ ਹੈ, ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਜਿਹੜੀ ਓਜ਼ੋਨ ਲੇਅਰ ਹੈ ਇਹ ਆਪਾਂ ਨੂੰ ਕਾਹਦੇ ਤੋਂ ਬਚਾਉਂਦੀ ਹੈਗੀ? ਜਿਹੜੀ ਆਪਣੀ ਅਰਥ ਹੈ ਇਹਦੇ ਆਸੇ-ਪਾਸੇ ਪ੍ਰੋਟੈਕਸ਼ਨ ਦਾ ਕੰਮ ਕਰਦੀ ਹੈ। ਮਤਲਬ ਕਿ ਜਿਹੜੀ ਸਨ ਤੋਂ UV ਰੇਡੀਏਸ਼ਨਸ ਆਉਂਦੀਆਂ ਨੇ, ਅਲਟਰਾਵਾਇਲਟ ਰੇਜ਼, ਪਰਾਵੈਂਗਣੀ ਕਿਰਨਾਂ, ਉਹਨਾਂ ਤੋਂ ਆਪਾਂ ਨੂੰ ਬਚਾਉਂਦੀ ਹੈ। ਅੱਛਾ, ਜੇ ਇਹ ਲੇਅਰ ਨਾ ਹੋਵੇ ਤੇ ਅਰਥ ਦੇ ਉੱਤੇ ਸਿੱਧਾ ਹੀ ਉਹ ਕਿਰਨਾਂ ਆ ਜਾਣ ਤਾਂ ਇਹਦੇ ਨਾਲ ਕੀ ਹੁੰਦਾ? ਕੈਂਸਰ ਵਗੈਰਾ ਹੋਣ ਦੇ, ਸਕਿਨ ਕੈਂਸਰ ਵਗੈਰਾ ਹੋਣ ਦੇ ਚਾਂਸਸ ਵਗੈਰਾ ਜਿਹੜੇ ਵੱਧ ਜਾਂਦੇ ਆ। ਠੀਕ ਹੈ, ਤਾਂ ਆਪਣੇ ਲਈ ਇੱਕ ਪ੍ਰੋਟੈਕਸ਼ਨ ਦਾ ਕੰਮ ਕਰਦੀ ਹੈ। ਤਿੰਨ ਤਰੀਕਿਆਂ ਨਾਲ ਤੁਹਾਨੂੰ ਇਹ ਡੇ ਆ ਸਕਦਾ। ਦੇਖੋ, ਤਿੰਨ ਤਰੀਕਿਆਂ ਨਾਲ ਕਿਵੇਂ? ਮਤਲਬ ਕਿ ਜੇ ਤਾਂ ਤੁਹਾਨੂੰ ਦੇਤਾ ਇੰਟਰਨੈਸ਼ਨਲ ਡੇ ਫॉर ਪ੍ਰੀਜ਼ਰਵੇਸ਼ਨ ਆਫ ਓਜ਼ੋਨ ਲੇਅਰ ਤਾਂ ਵੀ ਮਾਰਕ ਕੀ ਕਰਨਾ 16 ਸਤੰਬਰ। ਜੇ ਤੁਹਾਨੂੰ ਦੇਤਾ ਇੰਟਰਨੈਸ਼ਨਲ ਓਜ਼ੋਨ ਡੇ ਤਾਂ ਵੀ ਮਾਰਕ ਕੀ ਕਰਨਾ 16 ਸਤੰਬਰ। ਤੀਜੇ ਤਰੀਕੇ ਨਾਲ ਕੀ ਆ ਸਕਦਾ? ਓਜ਼ੋਨ ਲੇਅਰ ਕੰਜ਼ਰਵੇਸ਼ਨ ਡੇ, ਓਜ਼ੋਨ ਲੇਅਰ ਕੰਜ਼ਰਵੇਸ਼ਨ ਡੇ ਤਾਂ ਵੀ 16 ਸਤੰਬਰ ਹੀ ਆਊਗਾ। ਠੀਕ ਹੈ, ਮਤਲਬ ਕਿ ਕੁੱਲ ਮਿਲਾ ਕੇ ਤਿੰਨਾਂ ਦਾ ਇੱਕੋ ਹੀ ਹੈਗਾ। ਠੀਕ ਹੈ, ਓਜ਼ੋਨ ਲੇਅਰ ਬਾਰੇ ਮੈਂ ਤੁਹਾਨੂੰ ਦੱਸਤਾ, O3 ਹੁੰਦਾ ਇਹਨੂੰ ਕਿਹਾ, ਡਿਨੋਟ ਇਹਨੂੰ O3 ਨਾਲ ਕੀਤਾ ਜਾਂਦਾ। ਠੀਕ ਹੈ, ਤੇ ਇਸ ਤੋਂ ਇਲਾਵਾ ਤੁਹਾਨੂੰ ਥੋੜ੍ਹਾ ਜਿਹਾ ਸਟੈਟਿਕ ਪੋਰਸ਼ਨ ਓਜ਼ੋਨ ਲੇਅਰ ਤੋਂ ਜਿਹੜਾ ਬਣਦਾ ਲੇਅਰਸ ਤੋਂ ਬੇਸਿਕਲੀ, ਤਾਂ ਉਹਨੂੰ ਆਪਾਂ ਕਵਰ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਬੈਟਰ ਵੇ ਨਾਲ ਸਮਝ ਆ ਜਿਹੜਾ ਆ ਜੇ। ਵੇਟ, ਹਾਂਜੀ, ਜਿਵੇਂ ਮੰਨ ਲਓ ਕਿ ਆਪਣੀ ਅਰਥ ਹੈ ਨੀਚੇ, ਹੈ ਨਾ, ਲਾਈਕ ਇੱਥੇ ਇਹਨੂੰ ਮੈਂ ਇੱਦਾਂ ਬਣਾ ਦਿੰਦੀ ਹਾਂ। ਮੰਨ ਲਓ ਤੁਸੀਂ ਸਰਕਲ ਹੈ ਨੀਚੇ ਤੱਕ, ਹੈ ਨਾ, ਇਹਨੂੰ ਅਰਥ ਮੈਂ ਲਿਖਤਾ। ਅਰਥ ਤੋਂ ਜੇ ਉੱਪਰ ਵੱਲ ਨੂੰ ਜਾਂਦੇ ਹਾਂ ਆਪਾਂ, ਉੱਪਰ ਵੱਲ ਨੂੰ ਜਾਂਦੇ ਹਾਂ ਮਤਲਬ ਬਾਹਰ ਨੂੰ ਨਿਕਲੀਏ ਲਾਈਕ ਆਪਣੀ ਅਰਥ ਤੋਂ, ਤਾਂ ਲੇਅਰਸ ਨੇ, ਹੈ ਨਾ। ਸਭ ਤੋਂ ਪਹਿਲਾਂ ਜਿਹੜੀ ਲੇਅਰ ਆਉਂਦੀ ਹੈ ਉਹ ਕਿਹੜੀ ਹੈ ਜੀ? ਟ੍ਰੋਪੋਸਫੀਅਰ। ਉਸ ਤੋਂ ਬਾਅਦ ਇੱਕ ਹੋਰ ਲੇਅਰ ਆਉਂਦੀ ਹੈ। ਜਿਹੜੀ ਟ੍ਰੋਪੋਸਫੀਅਰ ਹੈ ਨਾ, ਇਹ 0 ਤੋਂ 18 ਕਿਲੋਮੀਟਰ ਤੱਕ ਹੈ। ਇਹਦੇ ਵਿੱਚ ਤੁਹਾਨੂੰ ਥੋੜ੍ਹੀ ਬਹੁਤ ਵੇਰੀਏਸ਼ਨ ਬੁੱਕਸ ਦੇਖਣ ਨੂੰ ਮਿਲ ਜੂਗੀ। ਉਸ ਤੋਂ ਬਾਅਦ ਜਿਹੜੀ ਦੂਜੀ ਲੇਅਰ ਆਉਂਦੀ ਹੈ ਨਾ, ਉਹਨੂੰ ਆਪਾਂ ਕਹਿੰਦੇ ਹਾਂ ਸਟ੍ਰੈਟੋਸਫੀਅਰ। ਠੀਕ ਹੈ, ਇਹ ਤੁਹਾਨੂੰ ਮਿਲ ਜੂਗੀ 18 ਤੋਂ 50 ਕਿਲੋਮੀਟਰ ਤੱਕ। ਉਸ ਤੋਂ ਬਾਅਦ ਫਰਦਰ ਅੱਗੇ ਨੂੰ ਜਾਂਦੇ ਹਾਂ, ਉਸ ਤੋਂ ਬਾਅਦ ਆ ਜੂਗੀ ਮੈਜ਼ੋਸਫੀਅਰ। ਠੀਕ ਹੈ, ਇਹਦਾ ਦਾਇਰਾ ਆ ਜਾਂਦਾ 50 ਤੋਂ ਲੈ ਕੇ 80 ਕਿਲੋਮੀਟਰ ਤੱਕ ਦਾ। ਦੈਨ ਹੋਰ ਉੱਪਰ ਨੂੰ ਜਾਂਦੇ ਹਾਂ ਆਪਾਂ, ਮੈਜ਼ੋਸਫੀਅਰ ਤੋਂ ਬਾਅਦ ਆ ਜਾਂਦੀ ਹੈ ਜੀ ਆਇਨੋਸਫੀਅਰ। ਠੀਕ ਹੈ, ਆਇਨੋਸਫੀਅਰ ਦਾ ਦਾਇਰਾ ਆ ਜਾਂਦਾ 80 ਤੋਂ ਲੈ ਕੇ 400 ਕਿਲੋਮੀਟਰਸ ਤੱਕ ਦਾ। ਦੈਨ ਹੋਰ ਉੱਪਰ ਨੂੰ ਜਾਂਦੇ ਹਾਂ, ਇੱਕ ਹੋਰ ਲੇਅਰ ਆਉਂਦੀ ਹੈ ਦੈਟ ਇਜ਼ ਕੋਲਡ ਐਜ਼ ਐਗਜ਼ੋਸਫੀਅਰ। ਜਿਹਦਾ ਦਾਇਰਾ ਹੈਗਾ ਅਬਵ ਮਤਲਬ ਕਿ ਹੋਰ ਉੱਪਰ ਨੂੰ 400 ਕਿਲੋਮੀਟਰ ਤੋਂ। ਠੀਕ ਹੈ, ਇਹਨੂੰ ਧਿਆਨ 'ਚ ਰੱਖ ਲੈਣਾ। ਇਹਦਾ ਸੀਕੁਐਂਸ ਯਾਦ ਕਰ ਲਿਓ। ਜੀਓਗ੍ਰਾਫਿਕ ਦਾ ਮੇਨ ਪਾਰਟ ਹੈ, ਮੇਨ ਟੌਪਿਕ ਹੈ ਵਾਲਾ ਲੇਅਰਸ ਵਾਲਾ, ਤਾਂ ਸੀਕੁਐਂਸ ਯਾਦ ਰੱਖ ਲਈ ਤੁਸੀਂ। ਸਭ ਤੋਂ ਪਹਿਲਾਂ ਕਿਹੜੀ ਆਉਂਦੀ, ਉਸ ਤੋਂ ਬਾਅਦ ਕਿਹੜੀ ਆਉਂਦੀ ਹੈ। ਠੀਕ ਹੈ, ਅੱਛਾ, ਸਭ ਤੋਂ ਪਹਿਲਾਂ ਟ੍ਰੋਪੋਸਫੀਅਰ 0 ਤੋਂ ਲੈ ਕੇ 18 ਕਿਲੋਮੀਟਰ ਤੱਕ ਆਉਂਦੀ ਹੈ। ਠੀਕ ਹੈ, ਜਿਹੜੀ ਮੈਕਸੀਮਮ ਗੈਸਾਂ ਨੇ ਨਾ ਐਟਮੋਸਫੇਅਰ ਦੀਆਂ, ਇਹਦੇ ਵਿੱਚ ਹੀ ਅਵੇਲੇਬਲ ਨੇ। ਠੀਕ ਹੈ, ਇਸੇ ਦੇ ਵਿੱਚ ਹੀ ਅਵੇਲੇਬਲ ਨੇ। ਠੀਕ ਹੈ, ਤੁਸੀਂ ਇਹਨੂੰ ਯਾਦ ਰੱਖਣਾ ਹੈਗਾ। ਉਸ ਤੋਂ ਬਾਅਦ ਸਟ੍ਰੈਟੋਸਫੀਅਰ ਆਉਂਦੀ ਹੈ ਨਾ, ਜਿਹੜੀ ਆਪਾਂ ਓਜ਼ੋਨ ਲੇਅਰ ਦੀ ਗੱਲ ਕਰਦੇ ਹਾਂ, ਉਹ ਇਹਦੇ ਵਿੱਚ ਹੀ ਪਾਈ ਜਾਂਦੀ ਹੈ। ਇਹਨੂੰ ਤੁਸੀਂ ਯਾਦ ਰੱਖ ਲਿਓ। ਠੀਕ ਹੈ, ਇਹਦਾ ਜਿਹੜਾ ਟੈਂਪਰੇਚਰ ਹੈ ਨਾ ਸਟ੍ਰੈਟੋਸਫੀਅਰ ਦਾ ਆਲਮੋਸਟ ਸੇਮ ਹੀ ਰਹਿੰਦਾ, ਮਤਲਬ ਕਿ ਕੌਨਸਟੈਂਟ ਰਹਿੰਦਾ। ਫ੍ਰੀ ਹੈ, ਇਹਦੇ ਵਿੱਚ ਕਲਾਊਡਸ ਵਗੈਰਾ ਨਹੀਂ ਹੁੰਦੇ, ਫ੍ਰੀ ਫਰੋਮ ਕਲਾਊਡਸ ਹੈ ਇਹ। ਠੀਕ ਹੈ, ਇਹ ਵਾਲੀ ਲੇਅਰ ਹੈ ਜਿਹੜੀ। ਦੈਨ ਹੋਰ ਉੱਪਰ ਨੂੰ ਜਾਂਦੇ ਹਾਂ ਆਪਾਂ, ਆਈ ਸੀ ਮੈਜ਼ੋਸਫੀਅਰ, ਹੈ ਨਾ, ਇੱਥੇ ਆ ਲਿਖਿਆ ਸੀ ਮੈਂ। ਮੈਜ਼ੋਸਫੀਅਰ ਦਾ ਟੈਂਪਰੇਚਰ ਹੁੰਦਾ ਕੋਲਡੈਸਟ। ਠੀਕ ਹੈ, ਆਇਨੋਸਫੀਅਰ ਵੱਲ ਨੂੰ ਜਾਂਦੇ ਹਾਂ, ਉੱਪਰ ਵੱਲ ਨੂੰ ਹੋਰ ਆਪਾਂ, ਹੈ ਨਾ, ਤਾਂ ਇਹਦੇ ਵਿੱਚ ਕੀ ਰੇਡੀਓ ਵੇਵਸ ਪਾਈਆਂ ਜਾਂਦੀਆਂ, ਜਿਹੜੀਆਂ ਰੇਡੀਓਸ ਵੇਵਸ ਹੁੰਦੀਆਂ ਨੇ ਨਾ, ਉਹ ਇਹਦੇ ਵਿੱਚ ਪਾਈ ਜਾਂਦੀ। ਕਮਿਊਨੀਕੇਸ਼ਨ ਹੁੰਦੀ ਹੈ ਨਾ ਜਿਹੜੀ ਰੇਡੀਓ ਕਮਿਊਨੀਕੇਸ਼ਨ, ਉਹ ਇਹਦੇ ਵਿੱਚ ਹੀ ਹੁੰਦੀ ਹੈ, ਸਾਰੀਆਂ ਵੇਵਸ ਵਗੈਰਾ। ਐਗਜ਼ੋਸਫੀਅਰ ਉਸ ਤੋਂ ਵੀ ਬਾਹਰਲਾ ਜਿਹੜਾ ਟੈਂਪਰੇਚਰ ਹੈ ਜਿਹੜਾ ਇਹਦੇ ਵਿੱਚ ਆ ਜਾਂਦਾ। ਠੀਕ ਹੈ, ਤਾਂ ਇਹ ਥੋੜ੍ਹੀ ਜਿਹੀ ਬੇਸਿਕ ਇਨਫੋਰਮੇਸ਼ਨ ਸੀਗੀ ਆਪਣਾ ਓਜ਼ੋਨ ਲੇਅਰ ਅਤੇ ਲੇਅਰਸ ਨਾਲ ਰਿਲੇਟਡ, ਤਾਂ ਤੁਸੀਂ ਇਹਨੂੰ ਨੋਟ ਕਰ ਲਿਓ। ਦੁਬਾਰਾ ਆਪਾਂ ਬੈਕ ਆਉਂਦੇ ਹਾਂ ਆਪਣੀ ਨਿਊਜ਼ 'ਤੇ। ਹਾਂਜੀ, 16 ਸਤੰਬਰ ਤੋਂ ਹੋ ਗਈ ਨਿਊਜ਼। ਹੁਣ ਆ ਗਈ ਗੱਲ ਡੇਜ਼ ਦੀ, ਤਾਂ ਆਪਾਂ ਡੇਜ਼ ਵੀ ਫਟਾਫਟ ਜਿਹੜੇ ਇੰਪੋਰਟੈਂਟ ਡੇਜ਼ ਨੇ ਰਿਵਾਈਜ਼ ਕਰ ਲੈਂਦੇ ਹਾਂ। 1 ਤੋਂ ਲੈ ਕੇ 7 ਸਤੰਬਰ ਤੱਕ ਹੈ ਜਿਹੜਾ ਨਿਊਟ੍ਰੀਸ਼ਨ ਵੀਕ ਮਨਾਇਆ ਗਿਆ। ਜਿਹੜਾ ਪੂਰਾ ਦਾ ਪੂਰਾ ਆਪਣਾ ਸੈਪਟੈਂਬਰ ਮੰਥ ਹੈਗਾ ਨੈਸ਼ਨਲ ਨਿਊਟ੍ਰੀਸ਼ਨ ਮੰਥ ਦੇ ਤੌਰ 'ਤੇ ਸੈਲੀਬ੍ਰੇਟ ਕੀਤਾ ਜਾਊਗਾ। PM ਮੋਦੀ ਜੀ ਨੇ ਮਨ ਕੀ ਬਾਤ ਦੇ ਵਿੱਚ ਇਹ ਚੀਜ਼ ਕਹੀ ਸੀ। 2 ਸਤੰਬਰ ਨੂੰ ਵਰਲਡ ਕੋਕੋਨਟ ਡੇ ਮਨਾਇਆ ਗਿਆ। 5 ਸਤੰਬਰ ਨੂੰ ਕਿਹੜੇ 2 ਡੇਜ਼ ਮਨਾਏ ਗਏ, ਕਿਹੜੇ? ਇੱਕ ਤਾਂ ਟੀਚਰਸ ਡੇ, ਇੱਕ ਹੋਰ ਕਿਹੜਾ ਮਨਾਇਆ ਗਿਆ? ਚੈਰਿਟੀ ਡੇ। ਤਾਂ ਇਹਨੂੰ ਤੁਸੀਂ ਯਾਦ ਰੱਖ ਲਿਓ।
7 ਸਤੰਬਰ 'ਤੇ ਜੇ ਮੈਂ ਆਵਾਂ, 7 ਸਤੰਬਰ ਨੂੰ ਜਿਹੜਾ ਡੇ ਮਨਾਇਆ ਗਿਆ ਕਲੀਅਰ ਏਅਰ ਅਤੇ ਬਲੂ ਸਕਾਈਜ਼ ਨਾਲ ਰਿਲੇਟਡ ਸੀਗਾ। 8 ਨੂੰ ਇੰਟਰਨੈਸ਼ਨਲ ਲਿਟਰੇਸੀ ਡੇ ਮਨਾਇਆ ਗਿਆ, ਯਾਦ ਰੱਖ ਲਿਓ। 9 'ਤੇ ਆਉਂਦੇ ਹਾਂ ਆਪਾਂ। ਹਾਂਜੀ, 9 ਸਤੰਬਰ ਨੂੰ ਕਿਹੜਾ ਡੇ ਮਨਾਇਆ ਗਿਆ? ਇੰਟਰਨੈਸ਼ਨਲ ਡੇ ਟੂ ਪ੍ਰੋਟੈਕਟ ਐਜੂਕੇਸ਼ਨ ਫਰੋਮ ਅਟੈਕ, ਹੈ ਨਾ, ਇਹ ਯਾਦ ਰੱਖਣਾ। 10 ਸਤੰਬਰ ਦੀ ਜੇ ਮੈਂ ਗੱਲ ਕਰਾਂ, ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ, ਇਹਨੂੰ ਵੀ ਯਾਦ ਰੱਖਣਾ। ਉਸ ਤੋਂ ਬਾਅਦ ਗੱਲ ਕਰਦੇ ਹਾਂ 12 ਸਤੰਬਰ ਦੀ, ਵਰਲਡ ਫਸਟ ਏਡ ਡੇ। ਵਰਲਡ ਫਸਟ ਏਡ ਡੇ ਮਨਾਇਆ ਗਿਆ ਅਤੇ ਸੈਕਿੰਡ ਸੈਟਰਡੇ ਨੂੰ ਮਨਾਇਆ ਜਾਂਦਾ ਹੈ, ਸਤੰਬਰ ਮੰਥ ਦੇ ਸੈਕਿੰਡ ਸੈਟਰਡੇ ਨੂੰ। 14 ਸਤੰਬਰ 'ਤੇ ਜੇ ਮੈਂ ਆਵਾਂ, ਹਿੰਦੀ ਡੇ ਮਨਾਇਆ ਗਿਆ। ਹਿੰਦੀ ਡੇ ਤਾਂ ਯਾਦ ਰੱਖਣਾ ਹੀ ਰੱਖਣਾ। ਤੁਸੀਂ ਇਹ ਵੀ ਯਾਦ ਰੱਖਣਾ ਕਿ 10 ਜਨਵਰੀ ਨੂੰ ਵਰਲਡ ਹਿੰਦੀ ਡੇ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਣੀ ਆ ਗਿਆ 15 ਸੈਪਟੰਬਰ। 15 ਸੈਪਟੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ ਜੀ? ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਯਾਦ ਰੱਖਣਾ ਅਤੇ ਨੈਸ਼ਨਲ ਇੰਜੀਨੀਅਰਸ ਡੇ, ਠੀਕ ਹੈ। ਇਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਹੀ ਕੀਤਾ ਸੀ। ਅਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ 16 ਸੈਪਟੰਬਰ, ਠੀਕ ਹੈ। ਤਾਂ ਓਜ਼ੋਨ ਲੇਅਰ ਦੇ ਨਾਮ ਨਾਲ ਇਹਨੂੰ ਯਾਦ ਰੱਖਣਾ। ਅਤੇ ਜਿਹੜੇ ਬਾਕੀ ਦੇ 2 ਡੇਜ਼ ਇਹ ਤੋਂ ਬਣ ਸਕਦੇ ਉਹ ਵੀ ਤੁਹਾਨੂੰ ਮੈਂ ਦੱਸਦੇ। ਅੱਛਾ, ਇਹਦਾ ਨਾ ਥੀਮ ਵੀ ਯਾਦ ਰੱਖ ਲਿਓ, ਪੜ੍ਹ ਦਿੰਦੀ ਹਾਂ ਮੈਂ ਇੱਕ ਵਾਰ, ਸੁਣ ਲਓ। ਥੀਮ ਇਹਦਾ ਕੀ ਹੈ? ਓਜ਼ੋਨ ਫॉर ਲਾਈਫ, ਓਜ਼ੋਨ ਫॉर ਲਾਈਫ 35 ਈਅਰਸ ਆਫ ਓਜ਼ੋਨ ਲੇਅਰ ਪ੍ਰੋਟੈਕਸ਼ਨ, ਠੀਕ ਹੈ। ਇਹਦਾ ਥੀਮ ਹੈ, ਨੋਟ ਡਾਊਨ ਕਰ ਲਿਓ। ਦੇਖੋ, ਥੀਮ ਸੇ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ, ਰੈਪੀਟੀਸ਼ਨ ਦੋਗੇ ਵੈਸੇ ਹੀ ਯਾਦ ਹੋ ਜਾਣਾ। ਜਿਹੜਾ 35 ਹੈ ਨਾ, ਇਹ ਵਿਆਨਾ ਕਨਵੈਨਸ਼ਨ ਨੂੰ ਕੀ ਹੈ? ਡਿਨੋਟ ਕਰਦਾ। ਵਿਆਨਾ ਉਹੀ ਆਸਟਰੀਆ ਦੇ ਵਿੱਚ ਹੈ ਪਲੇਸ, ਜਿੱਥੇ ਓਪੈਕ ਦਾ ਹੈੱਡਕੁਆਟਰ ਕਰਾਇਆ ਸੀ ਤੁਹਾਨੂੰ, ਆਰਗੇਨਾਈਜੇਸ਼ਨ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਵਾਲਾ, ਠੀਕ ਹੈ। ਯਾਦ ਤੁਹਾਨੂੰ ਆ ਗਿਆ ਹੋਊਗਾ। ਚਲੋ ਜੀ, ਨੈਕਸਟ ਆਪਾਂ ਕਰਦੇ ਹਾਂ ਗੱਲ ਇੰਟਰਨੈਸ਼ਨਲ ਨਿਊਜ਼ ਤੋਂ। ਪਹਿਲੀ ਨਿਊਜ਼ ਹੈਗੀ ਟਿਕਟੋਕ ਤੋਂ। ਟਿਕਟੋਕ ਹਾਂਜੀ, ਮੇਡ ਇਟਸ ਟੈਕਨੀਕਲ ਪਾਰਟਨਰ ਓਰੈਕਲ ਕੰਪਨੀ ਫॉर ਇਟਸ US ਆਪਰੇਸ਼ਨਸ। ਟਿਕਟੋਕ ਨੇ ਆਪਣਾ ਟੈਕਨੀਕਲ ਪਾਰਟਨਰ ਚੁਣ ਲਿਆ ਓਰੈਕਲ ਕੰਪਨੀ ਨੂੰ ਆਪਣੇ US ਆਪਰੇਸ਼ਨਸ ਦੇ ਲਈ। ਥੋੜ੍ਹੇ ਦਿਨ ਪਹਿਲਾਂ ਮੈਂ ਤੁਹਾਨੂੰ ਨਿਊਜ਼ ਕਰਵਾਈ ਸੀ ਕਿ US ਹੈ ਜਿਹੜਾ ਆਪਣੇ ਮਤਲਬ ਕੰਟਰੀ ਦੇ ਵਿੱਚ ਟਿਕਟੋਕ ਨੂੰ ਬੈਨ ਕਰ ਦੂਗਾ ਜੇ 15 ਸਤੰਬਰ ਤੱਕ ਹੈ ਜਿਹੜੀ ਕੋਈ ਕੰਪਨੀ US ਦੀ ਇਹਦੇ ਆਪਰੇਸ਼ਨਸ ਟੇਕ ਓਵਰ ਨਹੀਂ ਕਰ ਲੈਂਦੀ, ਹੈ ਨਾ, ਤਾਂ ਲਾਈਕ ਪਾਰਟਨਰਸ਼ਿਪ ਵਗੈਰਾ ਵੀ ਨਹੀਂ ਕਰ ਲੈਂਦੀ। ਤਾਂ ਟਿਕਟੋਕ ਨੇ, ਦੇਖੋ 15 ਸਤੰਬਰ ਹੁਣੇ ਲੰਘ ਕੇ ਗਿਆ, ਤੁਹਾਨੂੰ ਪਤਾ ਹੀ ਹੈ, ਹੈ ਨਾ। ਟਿਕਟੋਕ ਨੇ ਆਪਣਾ ਟੈਕਨੀਕਲ ਪਾਰਟਨਰ ਕਿਹਨੂੰ? ਓਰੈਕਲ ਕੰਪਨੀ ਨੂੰ ਚੁਣਿਆ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ, US ਆਪਰੇਸ਼ਨਸ ਲਈ। ਓਕੇ, ਟਿਕਟੋਕ ਤੋਂ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ ਕਿ ਆਪਣੇ ਇੰਡੀਆ ਦੇ ਵਿੱਚ ਤਾਂ ਬੈਨ ਹੈ, ਜਦੋਂ 59 ਐਪ ਬੈਨ ਕੀਤੇ ਸੀ, ਟਿਕਟੋਕ ਨੂੰ ਵੀ ਬੈਨ ਕਰਤਾ ਸੀਗਾ, ਹੈ ਨਾ। ਟਿਕਟੋਕ ਦੀ ਤੁਸੀਂ ਪੇਰੈਂਟ ਕੰਪਨੀ ਯਾਦ ਰੱਖਣੀ ਹੈ। ਪੇਰੈਂਟ ਕੰਪਨੀ ਕਿਹੜੀ ਹੈ ਟਿਕਟੋਕ ਦੀ? ਕਿਹੜੀ ਹੈ ਜੀ? ਬਾਈਟ ਡਾਂਸ, ਨਾਮ ਯਾਦ ਰੱਖ ਲਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ US ਦੀ, ਹੈ ਨਾ। US ਤੋਂ ਆਪਾਂ ਪ੍ਰੀਵੀਅਸ ਡੇਜ਼ ਦੀ ਨਿਊਜ਼ ਦੀ ਗੱਲ ਕਰ ਲੈਂਦੇ ਹਾਂ। ਕਿਹੜੀ ਨਿਊਜ਼ ਜੀ? ਵਿਲਿੰਗਟਨ। ਇਹਨੂੰ ਕੀ ਹੈ? ਹੈਰੀਟੇਜ ਸਿਟੀ ਦੇ ਤੌਰ 'ਤੇ ਦੇਖੋ ਇਹਨੇ ਡਿਕਲੇਅਰ ਕੀਤਾ ਸੀਗਾ। ਤੁਹਾਨੂੰ ਸ਼ਿਪ ਬਿਲਡਿੰਗ ਸਾਈਟ ਬਾਰੇ ਮੈਂ ਦੱਸਿਆ ਸੀਗਾ, ਹੈ ਨਾ। ਤਾਂ ਉਹ ਸਾਰਾ ਕੁਝ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ US ਹੋਰ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਡੋਨਾਲਡ ਟਰੰਪ, ਇਹਨਾਂ ਨੂੰ ਕੀ ਹੈਗਾ? ਨੋਬਲ ਪੀਸ ਪ੍ਰਾਈਜ਼ ਲਈ ਕੀ ਹੈ? ਨੋਮੀਨੇਟ ਕੀਤਾ ਗਿਆ। ਯਾਦ ਆ ਗਿਆ ਕਿ ਇਹਨਾਂ ਨੇ ਪੀਸ ਡੀਲ ਕਰਵਾਈ ਸੀ ਨਾ, ਉਹਨਾਂ ਤੋਂ ਹੀ ਕਰਕੇ ਇਹਨਾਂ ਨੂੰ ਕੀ ਹੈ? ਨੋਮੀਨੇਟ ਕੀਤਾ ਗਿਆ। ਤਾਂ ਇਹਨਾਂ ਤੋਂ ਇਹ ਵੀ ਕੁਐਸਚਨ ਤੁਸੀਂ ਯਾਦ ਰੱਖਣਾ ਹੈਗਾ, ਠੀਕ ਹੈ ਜੀ। 2021 ਦੇ ਲਈ ਨੋਬਲ ਪੀਸ ਪ੍ਰਾਈਜ਼ ਆਇਆ, ਤਾਂ ਤੁਹਾਨੂੰ ਨੋਬਲ ਪ੍ਰਾਈਜ਼ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਨੋਬਲ ਪ੍ਰਾਈਜ਼ ਹੈਗਾ, ਹੈ ਨਾ, ਅਲਫਰਡ ਨੋਬਲ ਦੇ ਨਾਮ 'ਤੇ ਦਿੱਤਾ ਜਾਂਦਾ। 10 ਦਸੰਬਰ ਨੂੰ ਉਹਨਾਂ ਦੀ ਡੈਥ ਐਨੀਵਰਸਰੀ ਹੁੰਦੀ ਹੈ, ਉਦੋਂ ਦਿੱਤਾ ਜਾਂਦਾ। ਅਤੇ ਅਲਫਰਡ ਨੋਬਲ ਉਹੀ ਨੇ ਜਿਨ੍ਹਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ। 6 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ ਇਹ। ਓਕੇ, ਇਹ ਸਾਰੀ ਹੋ ਗਈ ਬੇਸਿਕ ਇਨਫੋਰਮੇਸ਼ਨ ਨੋਬਲ ਪ੍ਰਾਈਜ਼ ਨਾਲ ਰਿਲੇਟਡ। US ਦੀ ਜਿਹੜੀ ਕੈਪੀਟਲ ਹੈ ਕਿਹੜੀ ਹੈ ਜੀ? ਵਾਸ਼ਿੰਗਟਨ DC। ਵਾਸ਼ਿੰਗਟਨ DC ਦੇ ਵਿੱਚ ਕਿਹਦਾ ਹੈੱਡਕੁਆਟਰ ਹੈ? ਨਾਸਾ ਦਾ, ਵਰਲਡ ਬੈਂਕ ਦਾ ਅਤੇ IMF ਦਾ। ਅੱਛਾ, ਇੱਕ ਹੈੱਡਕੁਆਟਰ ਅੱਜ ਤੁਹਾਨੂੰ ਹੋਰ ਕਰਾਉਂਗੀ ਵਾਸ਼ਿੰਗਟਨ DC ਤੋਂ, ਉੱਥੇ ਐਡ ਕਰ ਲਿਓ, ਠੀਕ ਹੈ। ਚਲੋ ਨੈਕਸਟ ਨਿਊਜ਼ ਦੇ ਉੱਤੇ ਚੱਲਦੇ ਹਾਂ। 10th DTTI ਗਰੁੱਪ ਮੀਟਿੰਗ ਹੈਲਡ ਰੀਸੈਂਟਲੀ ਬਿਟਵੀਨ ਇੰਡੀਆ ਐਂਡ US। ਹਾਂਜੀ, ਜਿਹੜੀ 10th DTTI ਗਰੁੱਪ ਮੀਟਿੰਗ ਹੈ ਨਾ, ਹੁਣੇ ਹੋਈ ਹੈ। ਕਿਹਦੇ ਵਿਚਾਲੇ? ਇੰਡੀਆ ਅਤੇ US ਵਿਚਾਲੇ। ਅੱਛਾ, ਵਿਰਚੁਅਲੀ ਹੋਈ ਹੈ। ਵਿਰਚੁਅਲੀ ਤੋਂ ਭਾਵ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ਹੈ। 10th ਇਹਦਾ ਕੀ ਸੀਗਾ? ਐਡੀਸ਼ਨ, ਠੀਕ ਹੈ, ਇਹਨੂੰ ਯਾਦ ਰੱਖ ਲੈਣਾ। DTTI ਦੀ ਫੁੱਲ ਫਾਰਮ ਨੋਟ ਕਰ ਲਓ ਕਿ ਡਿਫੈਂਸ ਟੈਕਨੋਲੋਜੀ ਐਂਡ ਟਰੇਡ ਇਨੀਸ਼ੀਏਟਿਵ, ਠੀਕ ਹੈ, ਇਹਨੂੰ ਯਾਦ ਰੱਖਣਾ ਤੁਸੀਂ। ਓਕੇ ਆ ਜੀ। ਚਲੋ ਨੈਕਸਟ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ, ਬਿਕਾਜ਼ ਇਹ ਜਿਹੜਾ US ਹੈ ਇਹਦੇ ਤੋਂ ਆਪਾਂ ਸਾਰੀ ਇਨਫੋਰਮੇਸ਼ਨ ਆਲਰੇਡੀ ਹੁਣੇ ਡਿਸਕਸ ਕਰਕੇ ਹਟੇ ਹਾਂ, ਠੀਕ ਹੈ ਜੀ। ਸਟੇਟ ਨਿਊਜ਼ ਦੇ ਵਿੱਚ ਰਾਜਸਥਾਨ ਤੋਂ ਹੈ। ਰਾਜਸਥਾਨ ਗਵਰਨਮੈਂਟ ਪਾਰਟਨਰਡ ਵਿਦ ਕਿਹਦੇ ਨਾਲ? ਸਿਡਬੀ ਫॉर ਇਟਸ MSME ਈਕੋਸਿਸਟਮ।
ਰਾਜਸਥਾਨ ਜਿਹੜੀ ਸਰਕਾਰ ਹੈ ਇਹਨੇ ਪਾਰਟਨਰਡ ਕੀਤੀ ਹੈ ਕਿਹਦੇ ਨਾਲ, ਮਤਲਬ ਸਾਂਝੇਦਾਰੀ ਕਿਹਦੇ ਨਾਲ ਕੀਤੀ ਹੈ, ਸਿਡਬੀ ਨਾਲ। ਕਾਹਦੇ ਲਈ? ਆਪਣੇ MSME ਈਕੋਸਿਸਟਮ ਦੇ ਲਈ, ਹੈ ਨਾ। ਰਾਜਸਥਾਨ ਦਾ ਜਿਹੜਾ MSME ਈਕੋਸਿਸਟਮ ਹੈ ਉਹਨੂੰ ਡਿਵੈਲਪ ਕਰਨ ਲਈ, ਠੀਕ ਹੈ, ਸਹੀ ਰਿਪੋਰਟ ਗਵਰਨਮੈਂਟ ਤੱਕ ਪਹੁੰਚਾਉਣ ਲਈ, MSME ਸੈਕਟਰ ਨੂੰ ਹੋਰ ਪ੍ਰਮੋਟ ਕਰਨ ਦੇ ਲਈ, ਠੀਕ ਹੈ, ਸਿਡਬੀ ਨਾਲ ਕੀ ਕੀਤੀ ਹੈਗੀ, ਸਾਂਝੇਦਾਰੀ ਕੀਤੀ ਹੈ। ਤੈਨੂੰ ਤੁਸੀਂ ਯਾਦ ਰੱਖਣਾ ਹੈਗਾ ਕਿਹਨੇ ਕੀਤੀ ਹੈ, ਰਾਜਸਥਾਨ ਗਵਰਨਮੈਂਟ ਨੇ। ਸਿਡਬੀ ਦੀ ਫੁੱਲ ਫਾਰਮ ਕਰ ਲੈਂਦੇ ਆਪਾਂ ਕੀ ਹੈ, ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ, ਠੀਕ ਹੈ। ਇਹਨੂੰ ਯਾਦ ਰੱਖ ਲਿਓ ਤੁਸੀਂ ਸਿਡਬੀ ਬਾਰੇ, ਓਕੇ ਆ। ਅਤੇ ਇਸ ਤੋਂ ਇਲਾਵਾ ਇਹ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ ਤੁਸੀਂ, ਰਾਜਸਥਾਨ ਦੀ ਜੇ ਮੈਂ ਗੱਲ ਕਰਾਂ, ਅਸ਼ੋਕ ਗਹਿਲੋਟ ਕੀ ਨੇ ਇੱਥੋਂ ਦੇ CM ਨੇ। ਗਵਰਨਰ ਕੌਣ ਹੈ ਜੀ, ਕਲਰਾਜ ਮਿਸ਼ਰਾ। ਅੱਛਾ, ਇੱਕ ਕੰਮ ਕਰਿਓ ਹੁਣ, ਦੇਖੋ ਰਾਜਸਥਾਨ ਦੇ ਚੀਫ ਜਸਟਿਸ ਨਾ ਮੈਂ ਨਹੀਂ ਦੱਸੂਗੀ ਤੁਹਾਨੂੰ, ਐਂਡ ਦੇ ਵਿੱਚ ਖੁਦ ਕਮੈਂਟ ਕਰਕੇ ਦੱਸ ਕੇ ਜਾਈਓ, ਠੀਕ ਹੈ। ਚੀਫ ਜਸਟਿਸ ਫੇਰ ਹੀ ਯਾਦ ਹੋਣਗੇ ਨਾ ਤੁਹਾਨੂੰ, ਐਵੇਂ ਤਾਂ ਥੋੜ੍ਹੀ ਯਾਦ ਹੋਣਗੇ, ਖੁਦ ਕਰੋਗੇ ਤਾਂ ਹੀ ਯਾਦ ਰਹੂਗਾ, ਓਕੇ। ਇਹ ਹੋ ਗਿਆ। ਅੱਛਾ, ਸਿਡਬੀ ਬਾਰੇ ਕੀ ਯਾਦ ਰੱਖ ਸਕਦੇ ਹੋ ਤੁਸੀਂ, 1990 ਦੇ ਵਿੱਚ ਫਾਰਮ ਹੋਇਆ ਸੀ। CMD ਐਟ ਪ੍ਰੈਜ਼ੈਂਟ ਇਹਦੇ ਕੌਣ ਨੇ ਜੀ, ਮੁਹੰਮਦ ਮੁਸਤਫਾ, ਇਹ ਯਾਦ ਰੱਖ ਲਿਓ, ਠੀਕ ਹੈ। ਇਹ ਚੀਜ਼ ਯਾਦ ਰੱਖ ਲਿਓ। ਰਾਜਸਥਾਨ ਤੋਂ ਚਲੋ ਤੁਸੀਂ ਨੈਸ਼ਨਲ ਪਾਰਕ ਯਾਦ ਰੱਖ ਲਿਓ, ਇੱਕ ਤਾਂ ਰਣਥੰਭੌਰ ਨੈਸ਼ਨਲ ਪਾਰਕ ਕਿੱਥੇ ਹੈ, ਰਣਥੰਭੌਰ ਨੈਸ਼ਨਲ ਪਾਰਕ ਇਹਦੀ ਇੱਕ ਸਰਿਸਕਾ, ਠੀਕ ਹੈ। ਅੱਛਾ, ਥੋੜ੍ਹੇ ਟਾਈਮ ਪਹਿਲਾਂ ਮਤਲਬ ਪ੍ਰੀਵੀਅਸ ਮੰਥ ਦੀ ਹੈਗੀ ਆ ਨਿਊਜ਼, ਇੰਦਰਾ ਰਸੋਈ ਯੋਜਨਾ, ਹੈ ਨਾ, ਕਿਹਦੀ ਸੀਗੀ ਇਹ, ਰਾਜਸਥਾਨ ਦੀ ਸੀ। ਵੀ ਜਿਹੜੇ ਗਰੀਬ ਅਤੇ ਜ਼ਰੂਰਤਮੰਦ ਲੋਕ ਨੇ, ਗਰੀਬ ਨੇ, ਹੈ ਨਾ, ਉਹਨਾਂ ਨੂੰ 8 ਰੁਪਏ ਪਰ ਪਲੇਟ ਜਿਹੜਾ ਦਿੱਤਾ ਜਾਊਗਾ, ਕਿ ਨਿਊਟਰੀਸ਼ੀਅਸ ਫੂਡ ਦਿੱਤਾ ਜਾਊਗਾ, ਤਾਂ ਕਿ ਜਿਹੜੀ ਉਹਨਾਂ ਦੀ ਭੁੱਖ ਵਗੈਰਾ ਮਿਟਾਈ ਜਾ ਸਕੇ, ਅਤੇ ਉਹਨਾਂ ਨੂੰ ਇੱਕ ਘੱਟ ਅਮਾਊਂਟ ਦੇ ਵਿੱਚ ਭੋਜਨ ਹੈ ਜਿਹੜਾ ਅਵੇਲੇਬਲ ਕਰਾਇਆ ਜਾ ਸਕੇ, ਠੀਕ ਹੈ। ਤਾਂ ਇਹ ਵੀ ਤੁਸੀਂ ਇਹ ਤੋਂ ਯਾਦ ਰੱਖ ਸਕਦੇ ਹੋ। ਨੈਕਸਟ ਨਿਊਜ਼ ਹੈ ਜੀ, ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਪੋਸਟਪੋਨ ਕਰਤਾ ਥੋਮਸ ਕੱਪ ਅਤੇ ਉਬੇਰ ਕੱਪ 2021 ਤੱਕ, ਠੀਕ ਹੈ। ਇਹ ਯਾਦ ਰੱਖਣਾ ਹੈ, ਥੋਮਸ ਕੱਪ ਅਤੇ ਉਬੇਰ ਕੱਪ ਹੈ ਜਿਹੜਾ ਪੋਸਟਪੋਨ ਕਰਤਾ। ਕਾਹਦੇ ਕਰਕੇ ਕੀਤਾ, ਆਪਾਂ ਨੂੰ ਸਭ ਕੁਝ ਪਤਾ ਹੈ ਕਿ ਜਿਹੜੀ COVID-19 ਮਤਲਬ ਕਿ ਕਰੋਨਾ ਵਾਇਰਸ ਹੈ ਸਪਰੈਡ ਹੋ ਰਿਹਾ, ਇਹਦੇ ਕਰਕੇ ਕਾਫੀ ਸਾਰੀਆਂ ਕੰਟਰੀਜ਼ ਨੇ ਇਹਦੇ ਵਿੱਚ ਹਿੱਸਾ ਲੈਣ ਤੋਂ ਹੀ ਮਨਾ ਕਰਤਾ, ਠੀਕ ਹੈ। 3 ਤੋਂ ਲੈ ਕੇ 11 ਅਕਤੂਬਰ ਤੱਕ ਹੋਣਾ ਸੀਗਾ ਇਹਦੇ ਡਿਊਰਿੰਗ ਹੋਣਾ ਸੀ ਇਹ ਡੈਨਮਾਰਕ ਦੇ ਵਿੱਚ, ਬਟ ਇਹਨੂੰ ਕੀ ਕਰਤਾ ਹੁਣ, ਟਾਲਤਾ, ਠੀਕ ਹੈ, ਕਿਉਂਕਿ ਕੋਵਿਡ ਕਰਕੇ ਕੋਈ ਦੇਸ਼ ਹਿੱਸੇ ਨਹੀਂ ਲੈ ਨਹੀਂ ਰਹੇ ਸੀ, ਮਤਲਬ ਐਗਜ਼ਿਟ ਮਾਰ ਰਹੇ ਸੀਗੇ, ਠੀਕ ਹੈ। ਅਤੇ ਯਾਦ ਰੱਖਣਾ। ਅੱਛਾ, ਥੋਮਸ ਕੱਪ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ ਤੁਸੀਂ, ਜਿਹੜਾ ਇਹ ਥੋਮਸ ਕੱਪ ਅਤੇ ਉਬੇਰ ਕੱਪ ਹੈ ਨਾ, ਇਹ ਦੋਨੋਂ ਹੀ ਬੈਡਮਿੰਟਨ ਨਾਲ ਰਿਲੇਟਡ ਹੈ ਅਤੇ ਇਕੱਠੇ ਹੀ ਪਲੇ ਹੁੰਦੇ ਨੇ ਇਹ, ਫਿਰ ਅਲੱਗ-ਅਲੱਗ ਨੇਮ ਕਿਉਂ ਹੈ, ਕਿਉਂਕਿ ਜਿਹੜਾ ਇਹ ਹੈ ਇਹ ਮੈਨਜ਼ ਨੂੰ ਡਿਨੋਟ ਕਰਦਾ, ਠੀਕ ਹੈ, ਮਤਲਬ ਮੈਨ ਨੂੰ ਡਿਨੋਟ ਕਰਦਾ, ਅਤੇ ਇਹ ਵਿਮੈਨ ਨੂੰ, ਠੀਕ ਹੈ। ਵਿਮੈਨ ਲਈ ਜੋ ਪਲੇ ਕੀਤਾ ਜਾਂਦਾ ਉਹ ਉਬੇਰ ਕੱਪ ਹੁੰਦਾ, ਮੈਨ ਲਈ ਜੋ ਪਲੇ ਕੀਤਾ ਜਾਂਦਾ ਉਹ ਥੋਮਸ ਕੱਪ ਹੁੰਦਾ, ਠੀਕ ਹੈ। ਅੱਛਾ, ਇਹ ਗੱਲ ਹੋ ਗਈ ਇਹਦੀ। ਤਾਂ ਹੁਣ ਜੇ ਮੈਂ ਗੱਲ ਕਰਾਂ ਬੈਡਮਿੰਟਨ ਵਰਲਡ ਫੈਡਰੇਸ਼ਨ ਦੀ, ਇਹਦੀ ਸਥਾਪਨਾ 1934 ਦੇ ਵਿੱਚ ਹੋਈ ਸੀ। ਇਹਦਾ ਹੈੱਡਕੁਆਟਰ ਕਿੱਥੇ ਹੈਗਾ, ਕੁਆਲਾਲੰਪੁਰ ਕਿੱਥੇ, ਮਲੇਸ਼ੀਆ, ਠੀਕ ਹੈ। ਤਾਂ ਇਹ ਯਾਦ ਰੱਖ ਲਿਓ। ਪ੍ਰੈਜ਼ੀਡੈਂਟ ਦਾ ਇਹਦੇ ਨਾਮ ਲਿਖ ਦਿੰਦੀ ਹਾਂ ਮੈਂ, ਨੇਮ ਨੋਟ ਕਰ ਲਿਓ, ਇਰਿਕ ਹੋਇਰ, YER, ਦੈਨ ਨਾਮ ਨੋਟ ਕਰ ਲਿਓ, ਠੀਕ ਹੈ, ਇਹਨਾਂ ਦਾ ਲੈਸਨ ਕਲੀਅਰ ਹੈ ਜੀ। ਚਲੋ ਜੀ, ਚੱਲਦੇ ਹਾਂ ਆਪਾਂ ਨੈਕਸਟ ਨਿਊਜ਼ ਉੱਤੇ। ਨੈਕਸਟ ਨਿਊਜ਼ ਆ ਗਈ ਅਪੋਇੰਟਮੈਂਟ ਤੋਂ, ਹਾਂਜੀ। ਟੇਕਿਓ ਕੋਨੀਸ਼ੀ, ਇਹਨਾਂ ਨੂੰ ਕੀ ਅਪੋਇੰਟ ਕੀਤਾ ਹੈਗਾ, ਕੰਟਰੀਜ਼ ਡਾਇਰੈਕਟਰ ਆਫ ਇੰਡੀਆ ਬਾਏ ADB। ਦੇਖੋ ਇਹ ADB ਦੁਆਰਾ ਨਿਯੁਕਤ ਕੀਤੇ ਗਏ ਨੇ, ਠੀਕ ਹੈ। ਤੁਹਾਨੂੰ ਪ੍ਰੀਵੀਅਸ ਡੇਜ਼ ਦੇ ਵਿੱਚ ਮਤਲਬ ਕਿ ਪਿਛਲੀ ਵੀਡੀਓ ਦੇ ਵਿੱਚ ਹੀ ਮੈਂ ਨਿਊਜ਼ ਕਰਾਈ ਸੀ ADB ਤੋਂ ਹੀ। ਉਹ ਨਿਊਜ਼ ਕੀ ਸੀਗੀ, ਸਮੀਰ ਕੁਮਾਰ ਖਾਰੇ ਤੋਂ ਕੀਤੀ ਸੀ ਆਪਾਂ ਨੇ, ਕਿ ਉਹਨਾਂ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਲਾਇਆ ਆਫ ADB ਦਾ, ਹੈ ਨਾ। ਉਹ ਇੰਡੀਆ ਵੱਲੋਂ ਅਪੋਇੰਟ ਸੀ, ਉਹਨੂੰ ਅਪੋਇੰਟ ਕਿਹਨੇ ਕੀਤਾ ਸੀ, ਇੰਡੀਆ ਨੇ, ADB 'ਚ ਇੰਡੀਆ ਵੱਲੋਂ ਅਪੋਇੰਟ ਸੀ ਉਹ ਤਾਂ, ਬਟ ਇਹ ਜਿਹੜੇ ਇਹ ADB ਵੱਲੋਂ ਅਪੋਇੰਟ ਨੇ, ਗੱਲ ਨੂੰ ਸਮਝਣ ਦੀ ਟਰਾਈ ਕਰੋ। ਉਹ ਇੰਡੀਆ ਵੱਲੋਂ ਅਪੋਇੰਟਡ ਸੀ ADB 'ਚ, ਇਹ ADB ਵੱਲੋਂ ਅਪੋਇੰਟ ਨੇ ਇੰਡੀਆ 'ਚ, ਠੀਕ ਹੈ। ਤਾਂ ਦੋਨੋਂ ਤਰੀਕਿਆਂ ਨਾਲ ਗੱਲ ਨੂੰ ਸਮਝ ਲੈਣਾ। ਇਹ ਹੈ ਕਿ ਟੇਕਿਓ ਕੋਨੀਸ਼ੀ, ਠੀਕ ਹੈ, ਇਹਨਾਂ ਨੂੰ ਲਗਾਇਆ ਗਿਆ ਹੈਗਾ, ਨਾਮ ਇਹਨਾਂ ਦਾ ਯਾਦ ਰੱਖ ਲਿਓ। ਇਸ ਤੋਂ ਇਲਾਵਾ ਆਪਾਂ ਥੋੜ੍ਹੀ ਸਟੈਟਿਕ ਇਨਫੋਰਮੇਸ਼ਨ ਦੀ ਗੱਲ ਕਰ ਲੈਂਦੇ ਹਾਂ। ADB ਪ੍ਰੀਵੀਅਸ ਡੇਜ਼ ਦੇ ਵਿੱਚ ਵੀ ਨਿਊਜ਼ ਦੇ ਵਿੱਚ ਸੀਗਾ, ਤਾਂ ਕਿਉਂ ਨਿਊਜ਼ ਦੇ ਵਿੱਚ ਸੀਗਾ ਤਾਂ ਉਹਦੀ ਗੱਲ ਕਰ ਲੈਂਦੇ ਹਾਂ ਆਪਾਂ। ਦੇਖੋ ਰੇਟਿੰਗ GDP ਗਰੋਥ ਰੇਟ ਦੱਸੀ ਸੀ ਇਹਨੇ ਆਪਣੀ ਐਸਟੀਮੇਟ ਕਰਕੇ, ਕਿੰਨੀ ਦੱਸੀ ਸੀ, -9.0%। ਅੱਛਾ, -9.0%। ਹੋਰ ਕਿਹਨੇ ਦੱਸੀ ਸੀਗੀ ਜੀ, ਹਾਂਜੀ, S&P ਮਤਲਬ ਸਟੈਂਡਰਡ ਐਂਡ ਪੂਅਰ ਨੇ ਵੀ ਇੰਨੀ ਦੱਸੀ ਸੀ, -9.0। ਅੱਛਾ, ਹੋਰ ਵੀ ਆਪਾਂ ਕੀਤੀਆਂ ਸੀਗੀਆਂ, ਕ੍ਰਿਸਲ ਨੇ ਵੀ ਇੰਨੀ ਦੱਸੀ ਸੀ, ਹੈ ਨਾ। ਇਸ ਤੋਂ ਇਲਾਵਾ ਜੇ ਮੈਂ ਕੇਅਰ ਰੇਟਿੰਗ ਦੀ ਗੱਲ ਕਰਾਂ, ਕੇਅਰ ਰੇਟਿੰਗ ਨੇ -8% ਤੋਂ ਲੈ ਕੇ -8.2% ਦੇ ਵਿਚਾਲੇ ਦੱਸੀ ਸੀ, ਠੀਕ ਹੈ। ਇੱਕ ਮੂਡੀਜ਼ ਤੋਂ ਵੀ ਆਈ ਸੀ, ਮੂਡੀਜ਼ ਨੇ -11.5
5% ਦੱਸਿਆ ਸੀ। ਠੀਕ ਹੈ, ਤਾਂ ਸਾਰੀ ਯਾਦ ਰੱਖਣੀ ਹੈ। ADB ਤੋਂ ਜੇ ਮੈਂ ਬੇਸਿਕ ਇਨਫੋਰਮੇਸ਼ਨ ਦੀ ਗੱਲ ਕਰਾਂ, ਏਸ਼ੀਅਨ ਡਿਵੈਲਪਮੈਂਟ ਬੈਂਕ ਇਹਦੀ ਫੁੱਲ ਫਾਰਮ ਹੁੰਦੀ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਇਹਦੀ ਫੁੱਲ ਫਾਰਮ ਹੁੰਦੀ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਮਨੀਲਾ, ਫਿਲੀਪੀਨਸ। ਠੀਕ ਹੈ, ਤਾਂ ਇਹ ਵੀ ਯਾਦ ਰੱਖ ਲੈਣਾ। 1966 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ, ਅਤੇ ਇਹਦਾ ਹੈੱਡ ਦਾ ਨਾਮ ਤੁਹਾਨੂੰ ਮੈਂ ਪਹਿਲਾਂ ਵੀ ਕਰਾਇਆ ਸੀ, ਅੱਜ ਦੁਬਾਰਾ ਤੋਂ ਕਰਾ ਦਿੰਦੀ ਹਾਂ। ਚਲੋ ਵਧੀਆ, ਤੁਹਾਨੂੰ ਨੇਮ ਰਿਵਾਈਜ਼ ਹੋ ਜਾਊਗਾ। ਮਾਤਸੁਗੋ ਅਸਾਕਾਵਾ। ਠੀਕ ਹੈ, ਇੱਦਾਂ ਦਾ ਹੀ ਨੇਮ ਹੈ ਇਹਨਾਂ ਦਾ, ਯਾਦ ਰੱਖ ਲਿਓ। ਓਕੇ ਹੈ ਜੀ, ਇਹ ਸਾਰੀ ਇਨਫੋਰਮੇਸ਼ਨ ਹੋ ਗਈ ADB ਬੈਂਕ ਤੋਂ, ਯਾਦ ਰੱਖਣੀ ਹੈ ਤੁਸੀਂ, ਇਹ ਭੁੱਲਣਾ ਨਹੀਂ ਹੈਗਾ। ਨੈਕਸਟ ਅਪੁਆਇੰਟਮੈਂਟ ਹੈਗੀ ਹੈ ਜੀ ਸਚਿਨ ਤੇਂਦੁਲਕਰ ਬ੍ਰਾਂਡ ਅੰਬੈਸਡਰ ਆਫ ਪੇਟੀਐਮ ਫਸਟ ਗੇਮਸ। ਹਾਂਜੀ, ਸਚਿਨ ਤੇਂਦੁਲਕਰ ਨੂੰ ਕੀ ਲਾਇਆ ਜੀ? ਬ੍ਰਾਂਡ ਅੰਬੈਸਡਰ ਲਾਇਆ ਕਿਹਦਾ? ਪੇਟੀਐਮ ਫਸਟ ਗੇਮਸ ਦਾ। ਅੱਛਾ, ਪੇਟੀਐਮ ਫਸਟ ਗੇਮਸ ਕੀ ਇੱਕ ਤਰੀਕੇ ਦਾ ਗੇਮਿੰਗ ਪਲੇਟਫਾਰਮ ਹੈ। ਕੀ ਹੈ ਇਹ? ਗੇਮਿੰਗ ਪਲੇਟਫਾਰਮ ਹੈ, ਇਹ ਯਾਦ ਰੱਖਣਾ ਤੁਸੀਂ। ਇਹਨਾਂ ਨੂੰ ਲਾਇਆ, ਹੁਣ ਇਹਦੀ ਪ੍ਰਮੋਸ਼ਨ ਵਗੈਰਾ ਕਰਨਗੇ। ਪੇਟੀਐਮ ਦੀ ਜੇ ਮੈਂ ਗੱਲ ਕਰਾਂ, ਪੇਟੀਐਮ ਤੋਂ ਕੁਛ ਕੁ ਸਟੈਟਿਕ ਚੀਜ਼ਾਂ ਤੁਸੀਂ ਨੋਟ ਕਰ ਸਕਦੇ ਹੋ। ਸਿਰਫ ਆਪਾਂ ਜੇ ਪੇਟੀਐਮ ਦੀ ਗੱਲ ਕਰੀਏ, 2010 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਨੋਇਡਾ ਦੇ ਵਿੱਚ ਕੀ ਹੈ ਇਹਦਾ ਹੈੱਡ ਕੁਆਟਰ ਹੈ। ਪ੍ਰੈਜ਼ੀਡੈਂਟ ਕੌਣ ਨੇ ਇਹਦੇ? ਅਮਿਤ ਨਾਇਰ। ਫਾਊਂਡਰ ਕੌਣ ਹੈ ਜੀ? ਵਿਜੇ ਸ਼ੇਖਰ ਸ਼ਰਮਾ। ਕੌਣ ਹੈ ਫਾਊਂਡਰ ਇਹਦੇ? ਵਿਜੇ ਸ਼ੇਖਰ ਸ਼ਰਮਾ। ਤਾਂ ਇਹ ਤੁਸੀਂ ਯਾਦ ਰੱਖਣਾ ਹੈਗਾ। ਅੱਛਾ, ਪ੍ਰੀਵੀਅਸ ਡੇਜ਼ ਦੇ ਵਿੱਚ ਨਾ ਕਾਫੀ ਸਾਰੇ ਬ੍ਰਾਂਡ ਅੰਬੈਸਡਰ ਆਏ ਸੀਗੇ, ਤਾਂ ਆਪਾਂ ਸਾਰੇ ਦੇ ਸਾਰੇ ਯਾਦ ਕਰ ਲੈਂਦੇ ਹਾਂ, ਰਿਵਾਈਜ਼ ਕਰ ਲੈਂਦੇ ਹਾਂ, ਹੈ ਨਾ। ਬ੍ਰਾਂਡ ਅੰਬੈਸਡਰ ਆਏ ਸੀ ਜੀ ਪਲੇਅਰਸ ਪੋਰਟ ਦੇ। ਕੌਣ ਆਏ ਸੀਗੇ? ਭੁਵਨੇਸ਼ਵਰ ਕੁਮਾਰ ਅਤੇ ਸਿਮਰਤੀ ਮੰਧਾਨਾ। ਠੀਕ ਹੈ, ਯਾਦ ਆ ਗਿਆ। ਅੱਛਾ, ਇਸ ਤੋਂ ਇਲਾਵਾ ਆਪਾਂ ਕੀਤਾ ਸੀ ਆਯੁਸ਼ਮਾਨ ਖੁਰਾਨਾ ਤੋਂ ਵੀ ਕੀਤੀ ਸੀ ਨਿਊਜ਼, ਹੈ ਨਾ। ਆਯੁਸ਼ਮਾਨ ਖੁਰਾਨਾ ਨੂੰ ਕਿਹਦਾ ਬ੍ਰਾਂਡ ਅੰਬੈਸਡਰ ਬਣਾਇਆ ਸੀਗਾ? ਬਜਾਜ ਐਲੀਆਂਸ ਦਾ। ਡੈਨੇ ਬ੍ਰੈਵੋ ਨੂੰ ਕਿਹਦਾ ਬਣਾਇਆ ਸੀਗਾ? SBO ਟੌਪ ਦਾ। ਤਾਂ ਇਹ ਵੀ ਯਾਦ ਰੱਖਣਾ। ਇੱਕ ਆਪਾਂ ਹੋਰ ਕੀਤਾ ਸੀ ਕਾਇਰਾ ਅਡਵਾਨੀ। ਇਹਨੂੰ ਕਿਹਦਾ ਬ੍ਰਾਂਡ ਅੰਬੈਸਡਰ ਬਣਾਇਆ ਸੀ? ਮਿਅੰਤਰਾ ਦਾ। ਤਾਂ ਇਹ ਸਾਰੇ ਦੇ ਸਾਰੇ ਬ੍ਰਾਂਡ ਅੰਬੈਸਡਰ ਜਿਹੜੇ ਪ੍ਰੀਵੀਅਸ ਡੇਜ਼ ਦੇ ਵਿੱਚ ਆਏ ਸੀ, ਤੁਹਾਨੂੰ ਮੈਂ ਰਿਵਾਈਜ਼ ਕਰਾਤੇ। ਹਾਂਜੀ, ਨੈਕਸਟ ਨਿਊਜ਼ ਹੈ ਅਮਿਤਾਭ ਬੱਚਨ ਤੋਂ। ਅਮਿਤਾਭ ਬੱਚਨ ਜੀ, ਇਹਨਾਂ ਨੂੰ ਕੀ ਹੈ? ਐਮਾਜ਼ੋਨ ਨੇ ਚੂਜ਼ ਕੀਤਾ। ਇਹਨਾਂ ਦੇ ਵੋਇਸ ਫॉर, ਇਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਚੂਜ਼ ਕੀਤਾ। ਕਾਹਦੇ ਲਈ? ਅਲੈਕਸਾ ਵੋਇਸ ਅਸਿਸਟੈਂਟ ਇਨ ਇੰਡੀਆ। ਮਤਲਬ ਕਿ ਅਮਿਤਾਭ ਬੱਚਨ ਜੀ ਨੂੰ ਐਮਾਜ਼ੋਨ ਨੇ ਚੂਜ਼ ਕੀਤਾ, ਉਹਨਾਂ ਦੀ ਆਵਾਜ਼ ਨੂੰ ਚੂਜ਼ ਕੀਤਾ ਬੇਸਿਕਲੀ ਅਲੈਕਸਾ ਵੋਇਸ ਅਸਿਸਟੈਂਟ ਦੇ ਲਈ ਇੰਡੀਆ ਦੇ ਵਿੱਚ। ਠੀਕ ਹੈ, ਇਹ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ। ਅਲੈਕਸਾ ਸੇ ਹੈਲੋ ਟੂ ਅਮਿਤਾਭ ਬੱਚਨ। ਠੀਕ ਹੈ, ਐਮਾਜ਼ੋਨ ਨੇ ਚੂਜ਼ ਕੀਤਾ। ਅਤੇ ਇਹਦੇ ਨਾਲ ਹੀ ਕੀ ਹੈ? ਪਹਿਲੇ ਇੰਡੀਅਨ ਬਣ ਗਏ ਜਿਹੜੇ ਇਹਨੂੰ ਕੀ ਹੈ? ਆਪਣੀ ਵੋਇਸ ਦੇਣਗੇ। ਠੀਕ ਹੈ, ਤਾਂ ਯਾਦ ਰੱਖਣਾ ਅਮਿਤਾਭ ਬੱਚਨ, ਇਹਨਾਂ ਦੀ ਵੋਇਸ ਦੇ ਵਿੱਚ ਹੀ ਹੁਣ ਉਹ ਕੀ ਕਰਿਆ ਕਰੂ, ਕੋਈ ਮਤਲਬ ਜੋ ਵੋਇਸ ਉਹਨਾਂ ਦੀ ਅਮਿਤਾਭ ਬੱਚਨ ਦੀ ਆਵਾਜ਼ ਦੇ ਵਿੱਚ ਆਇਆ ਕਰੂਗੀ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖ ਲੈਣਾ ਇਹਨਾਂ ਤੋਂ, ਅਮਿਤਾਭ ਬੱਚਨ ਜੀ ਤੋਂ। ਅੱਛਾ, ਹੁਣ ਗੱਲ ਕਰਦੇ ਹਾਂ ਆਪਾਂ ਸਿਰਫ ਐਮਾਜ਼ੋਨ ਦੀ। ਐਮਾਜ਼ੋਨ ਦੇ ਫਾਊਂਡਰ ਤੁਹਾਨੂੰ ਸਭ ਨੂੰ ਪਤਾ ਹੈ ਜੈਫ ਬੈਜ਼ੋਸ। ਜਿਹੜੀਆਂ ਵੀ ਹੁਣ ਸਾਰੀਆਂ ਰਿਚੈਸਟ ਪਰਸਨਸ ਦੀਆਂ ਆਈਆਂ ਨੇ ਰਿਪੋਰਟਾਂ, ਚਾਹੇ ਉਹ ਬਲੂਮਬਰਗ ਦੀ ਹੈ, ਚਾਹੇ ਉਹ ਫੋਰਬਸ ਨੇ ਜਾਰੀ ਕੀਤੀ ਹੈ, ਚਾਹੇ ਉਹ ਸਿਰਫ ਅਮੈਰੀਕਨਸ ਦੀ ਹੈ, ਤਾਂ ਸਭ ਦੇ ਵਿੱਚ ਟੌਪ 'ਤੇ ਕੌਣ ਨੇ? ਜੈਫ ਬੈਜ਼ੋਸ ਨੇ। ਅੱਛਾ, ਇਹਨਾਂ ਦਾ ਇੱਕ ਉਹ ਵੀ ਆਈ ਸੀ, ਇਹਨਾਂ ਦੀ ਵਾਈਫ ਆਈ ਸੀ ਰਿਚੈਸਟ ਵਿਮਨ ਦੇ ਵਿੱਚ, ਹੈ ਨਾ। ਮੈਂ ਤੁਹਾਨੂੰ ਦੱਸਿਆ ਸੀ ਕਿ ਡਾਈਵੋਰਸ ਹੋ ਗਿਆ ਸੀ ਇਹਨਾਂ ਦਾ, ਤਾਂ ਉਹ ਵੀ ਯਾਦ ਰੱਖ ਲਿਓ ਇਹਨਾਂ ਤੋਂ। ਅੱਛਾ, ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ ਪਿੱਛੇ ਕਿ ਵਾਸ਼ਿੰਗਟਨ DC ਤੋਂ ਆਪਾਂ ਕਿਸੇ ਹੋਰ ਦਾ ਵੀ ਅੱਜ ਹੈੱਡਕੁਆਟਰ ਕਰਨਾ, ਤਾਂ ਉਹ ਐਮਾਜ਼ੋਨ ਦਾ ਹੀ ਹੈ। ਵਾਸ਼ਿੰਗਟਨ DC ਦੇ ਵਿੱਚ ਕਿਹਦਾ ਹੈੱਡਕੁਆਟਰ ਹੈ? ਹੋਰ ਐਮਾਜ਼ੋਨ ਦਾ। ਹੁਣ ਤੁਹਾਡੇ 4 ਹੈੱਡਕੁਆਟਰਸ ਹੋ ਗਏ ਜਿਹੜੇ ਤੁਸੀਂ ਵਾਸ਼ਿੰਗਟਨ DC ਤੋਂ ਯਾਦ ਕਰਨੇ ਆ। ਪਹਿਲਾਂ 3 ਨਾਸਾ, IMF ਅਤੇ ਵਰਲਡ ਬੈਂਕ, ਅਤੇ ਚੌਥਾ ਹੋ ਗਿਆ ਐਮਾਜ਼ੋਨ। ਇਕੱਠੇ ਨੋਟ ਇਹਨਾਂ ਨੂੰ ਕਰ ਲਿਓ। ਠੀਕ ਹੈ, 1944 ਦੇ ਵਿੱਚ ਕੀ ਹੈ ਇਹਦੀ ਸਥਾਪਨਾ ਹੋਈ ਸੀ, ਤਾਂ ਇਹ ਵੀ ਤੁਸੀਂ ਯਾਦ ਰੱਖ ਲੈਣਾ। ਓਕੇ ਹੈ ਜੀ, ਚਲੋ ਨੈਕਸਟ 'ਤੇ ਚੱਲਦੇ ਹਾਂ। ਹਾਂਜੀ, ਯੂਨੀਅਨ ਕੈਬਨਿਟ ਅਪਰੂਵਜ਼ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਪ੍ਰੋਜੈਕਟ। ਕਿਹਨੇ ਕੈਬਨਿਟ ਨੇ? ਆਪਣੀ ਯੂਨੀਅਨ ਕੈਬਨਿਟ ਨੇ ਅਪਰੂਵ ਕੀਤਾ। ਕਿਹਨੂੰ ਅਪਰੂਵ ਕੀਤਾ? ਹਰਿਆਣਾ ਔਰਬਿਟਲ ਰੇਲ ਕੋਰੀਡੋਰ ਪ੍ਰੋਜੈਕਟ। ਕਿੱਥੋਂ ਤੋਂ ਕਿੱਥੋਂ ਤੱਕ ਚੱਲੂਗਾ ਇਹ? ਭਲਵਾਲ ਤੋਂ ਲੈ ਕੇ ਸੋਨੀਪਤ ਤੱਕ। ਭਲਵਾਲ ਤੋਂ ਲੈ ਕੇ ਕਿੱਥੋਂ ਤੱਕ ਚੱਲੂਗਾ? ਸੋਨੀਪਤ ਤੱਕ। ਠੀਕ ਹੈ, ਇਹਨੂੰ ਯਾਦ ਰੱਖਣਾ ਤੁਸੀਂ। ਇੰਪਲੀਮੈਂਟਡ ਬਾਏ ਹਰਿਆਣਾ ਰੇਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ। ਅੱਛਾ, ਇਹਨੂੰ ਡਿਵੈਲਪ ਕਹਿ ਲਈਏ, ਇੰਪਲੀਮੈਂਟ ਕਹਿ ਲਈਏ, ਕਿਹਦੇ ਦੁਆਰਾ ਕੀਤਾ ਜਾਊਗਾ? HRID। ਠੀਕ ਹੈ, ਆਹ ਤੁਹਾਨੂੰ ਫੁੱਲ ਫਾਰਮ ਦੱਸਤੀ, ਹਰਿਆਣਾ ਰੇਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ ਦੁਆਰਾ। ਇਹ ਕਾਹਦੇ 'ਚ ਹੈਲਪ ਕਰੂਗਾ? ਦੇਖੋ, ਜਿਹੜਾ ਇਹ ਰੇਲ ਕੋਰੀਡੋਰ ਹੈਗਾ, ਇਹ ਕਾਹਦੇ ਵਿੱਚ ਹੈਲਪ ਕਰੂਗਾ? ਜਿਹੜੀ ਇਕਨੋਮੀ ਆ ਉਹਨੂੰ ਬੂਸਟ ਕਰਨ ਦੇ ਵਿੱਚ, ਅਤੇ ਸੋਸ਼ਲ ਐਕਟੀਵਿਟੀਜ਼ ਨੂੰ ਬੂਸਟ ਕਰਨ ਦੇ ਵਿੱਚ ਹਰਿਆਣਾ ਦੇ ਵਿੱਚ ਇਹ ਹੈਲਪ ਕਰੂਗਾ। ਠੀਕ ਹੈ, ਹਰਿਆਣਾ ਦੀ ਜੇ ਮੈਂ ਗੱਲ ਕਰਾਂ, ਠੀਕ ਹੈ, ਇਹਦੇ CM ਤੁਹਾਨੂੰ ਸਭ ਨੂੰ ਪਤਾ ਕੌਣ ਨੇ? ਮਨੋਹਰ ਲਾਲ ਖੱਟੜ ਜੀ, ਹੈ ਨਾ। ਮਨੋਹਰ ਲਾਲ ਖੱਟੜ, ਯਾਦ ਰੱਖਣਾ। ਗਵਰਨਰ ਦੀ ਗੱਲ ਕਰੀਏ BP ਸਿੰਘ ਬਦਨੌਰ। ਅਤੇ ਜੇ ਮੈਂ ਹਾਈ ਕੋਰਟ ਦੇ ਚੀਫ ਜਸਟਿਸ ਦੀ ਗੱਲ ਕਰਾਂ, ਤਾਂ ਇਹ ਹੁਣ ਮੈਂ ਨਹੀਂ ਦੱਸੂਗੀ, ਕਿਉਂਕਿ ਇੱਥੇ ਫਿਰ ਹਰਿਆਣਾ ਆ ਗਿਆ ਅਤੇ ਇੱਕ ਸਟੇਟ ਆ ਗਈ। ਤਾਂ ਹੁਣ ਸਾਰੇ ਜਿਹੜੇ ਚੀਫ ਜਸਟਿਸ ਨੇ ਮੈਂ ਤੁਹਾਡੇ ਤੋਂ ਰਿਵਾਈਜ਼ ਕਰਾਣੇ ਨੇ। ਪਿੱਛੇ ਨਿਊਜ਼ ਆਈ ਸੀ ਰਾਜਸਥਾਨ ਤੋਂ, ਹੈ ਨਾ, ਹੁਣ ਨਿਊਜ਼ ਆਈ ਹੈ ਹਰਿਆਣਾ ਤੋਂ। ਤਾਂ ਦੋਨਾਂ ਦੇ ਜਿਹੜੇ ਚੀਫ ਜਸਟਿਸ ਨੇ ਮੈਨੂੰ ਕਮੈਂਟਸ ਦੇ ਵਿੱਚ ਲਿਖ ਕੇ ਦੱਸ ਦਿਓ।
ਤੁਹਾਡਾ ਹੀ ਬੈਨੀਫਿਟ ਹੈ ਇਹਦੇ ਨਾਲ, ਠੀਕ ਹੈ। ਪਲੀਜ਼ ਲਿਖ ਦਿਆ ਕਰੋ, ਓਕੇ ਆ। ਅੱਛਾ, ਇਹਦੇ ਵਿੱਚ ਜਿਹੜਾ ਕਾਸਟ ਹੈਗੀ ਕਿੰਨੀ ਆਊਗੀ, 5617 ਕਰੋੜ, ਐਨੇ ਦੀ ਇਹਦੀ ਤੇ ਕੀ ਆਊਗੀ, ਕਾਸਟ ਆਊਗੀ। ਅੱਛਾ, ਹਰਿਆਣਾ ਤੋਂ ਹੋਰ ਕੀ ਰਿਵਾਈਜ਼ ਕਰ ਸਕਦੇ ਹੋ ਤੁਸੀਂ। ਪ੍ਰੀਵੀਅਸ ਡੇਜ਼ ਦੇ ਵਿੱਚ ਇੱਕ ਨਿਊਜ਼ ਆਈ ਸੀ ਕਿ ਮਨੋਹਰ ਲਾਲ ਖੱਟਰ ਨੇ ਲਾਂਚ ਕੀਤਾ ਕਿ ਚੈਟਬੋਟ, ਵਟਸਐਪ ਚੈਟਬੋਟ, ਜਿਹਦਾ ਨਾਮ ਸੀ ਯੋਰ ਫਰੈਂਡ ਨਾਮ ਦਾ, ਅੰਡਰ ਗ੍ਰੈਜੂਏਟ ਕੋਰਸਿਸ ਲਈ ਕੀਤਾ ਸੀ 2020-21 ਦੇ ਸੈਸ਼ਨ ਲਈ, ਕਿ ਜਿਨ੍ਹਾਂ ਨੂੰ ਵੀ ਐਡਮਿਸ਼ਨ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਵਗੈਰਾ ਹੈਗੀ ਹੈ ਨਾ, ਕੋਈ ਕੁਐਰੀਜ਼ ਹੈ ਉਹਨਾਂ ਦੀਆਂ, ਤਾਂ ਆਪਣੀਆਂ ਸੌਰਟ ਆਊਟ ਕਰ ਸਕਦੇ ਨੇ, ਹੈ ਨਾ। ਚਾਹੇ ਉਹ ਸਕਾਲਰਸ਼ਿਪ ਨਾਲ ਰਿਲੇਟਡ ਹੈ, ਚਾਹੇ ਕਿਸੇ ਵੀ ਚੀਜ਼ ਨਾਲ ਰਿਲੇਟਡ ਹੈ। ਉਹ ਚੈਟਬੋਰਡ ਨੰਬਰ ਕਿੰਨਾ ਸੀ, 7419444449, ਇਹ ਚੈਟਬੋਰਡ ਨੰਬਰ ਸੀਗਾ। ਤਾਂ ਇਹ ਵੀ ਤੁਸੀਂ ਇਹ ਤੋਂ ਲਿੰਕ ਕਰ ਸਕਦੇ ਹੋ ਹਰਿਆਣਾ ਤੋਂ। ਕਲੀਅਰ ਹੈ ਜੀ, ਓਕੇ। ਅੱਛਾ, ਤੇ ਹੋਰ ਕੀ ਯਾਦ ਰੱਖਣਾ ਹੈਗਾ ਤੁਸੀਂ। ਆਈ ਥਿੰਕ ਮੈਂ ਹਰਿਆਣਾ ਦੇ ਜਿਹੜੇ ਗਵਰਨਰ ਨੇ ਉਹ ਪੰਜਾਬ ਦੇ ਦੱਸ ਗਈ ਮੈਂ, ਤਾਂ ਆਮ ਸੌਰੀ ਫॉर दैट। ਸਤਿਆਦੇਵ ਨਾਰਾਇਣ ਹੈ ਦੇ, ਸਤਿਆਦੇਵ ਨਾਰਾਇਣ, ਠੀਕ ਹੈ। ਉਹ ਹਰਿਆਣਾ ਚੀਫ ਉਹਦੇ ਆਪਣੇ ਹਾਈ ਕੋਰਟ ਦੇ ਸੇਮ ਹੀ ਨੇ ਨਾ, ਤਾਂ ਭੁਲੇਖੇ ਨਾਲ ਬੋਲਿਆ ਗਿਆ, ਸੌਰੀ ਉਹਦੇ ਲਈ। ਤਾਂ ਇੱਥੋਂ ਨੋਟ ਕਰ ਲਿਓ, ਕਲੀਅਰ ਹੈ। ਹਾਂਜੀ, ਇਹ ਆਪਣਾ ਹੋ ਗਿਆ। ਨੈਕਸਟ ਕੀ ਹੈ, ਲਾਸਟ ਡੇ ਦਾ ਕੁਐਸਚਨ ਆਪਣਾ US ਓਪਨ ਨਾਲ ਰਿਲੇਟਡ ਸੀਗਾ। US ਓਪਨ ਤੋਂ ਮੈਂ ਤੁਹਾਨੂੰ ਕਿਹਾ ਸੀ ਕਿ ਆਪਣੇ ਸਾਰੇ ਦੇ ਸਾਰੇ ਲਿਖ ਦਿਓ ਤਾਂ ਕਿ ਤੁਹਾਨੂੰ ਬੈਟਰ ਵੇ ਨਾਲ ਯਾਦ ਹੋ ਜਾਣ, ਠੀਕ ਹੈ। ਤਾਂ ਲਿਖ ਦਿਆ ਕਰੋ, ਜੇ ਤੁਹਾਨੂੰ ਮੰਨ ਲਓ ਨਹੀਂ ਆਉਂਦਾ, ਮੈਂ ਤੁਹਾਨੂੰ ਇਹ ਦੱਸਤਾ ਬਟ ਤੁਹਾਨੂੰ ਜਮਾ ਹੀ ਨਹੀਂ ਆਉਂਦਾ ਕਿਉਂਕਿ ਮੈਂ ਆਪਸ਼ਨਸ ਹੀ ਦਿੱਤੀ ਹੈ ਨਾ, ਤਾਂ ਤੁਸੀਂ ਕੀ ਕਰੋ, ਪਹਿਲਾਂ ਉਹਨੂੰ ਯਾਦ ਕਰੋ ਜਿੱਥੇ ਲਿਖਿਆ ਹੋਇਆ, ਯਾਦ ਕਰਕੇ ਦੈਨ ਟਾਈਪ ਕਰ ਦਿਓ, ਹੈ ਨਾ। ਤਾਂ ਉਹਦੇ ਨਾਲ ਕੀ ਤੁਹਾਡੀ ਰਿਵੀਜ਼ਨ ਹੋ ਜੂਗੀ। ਚਲੋ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦੀ ਹਾਂ। ਵਿਮਨ ਸਿੰਗਲਸ ਦਾ ਖਿਤਾਬ ਹੈ ਜਿਹੜਾ ਕਿਹਨੇ ਜਿੱਤਿਆ ਜੀ, ਨਾਓਮੀ ਓਸਾਕਾ ਨੇ, ਠੀਕ ਹੈ। ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਮੈਨ ਸਿੰਗਲਸ ਦੀ ਜੇ ਮੈਂ ਗੱਲ ਕਰਾਂ, ਡੋਮਿਨਿਕ ਥੀਮ ਨੇ ਜਿੱਤਿਆ, ਠੀਕ ਹੈ। ਵਿਮਨਸ ਡਬਲ ਦੀ ਜੇ ਆਪਾਂ ਗੱਲ ਕਰੀਏ, ਵਿਮਨ ਡਬਲ ਦੀ ਵੇਟ, ਤਾਂ ਮੈਂ ਨੇਮ ਲਿਖ ਦਿੰਦੀ ਹਾਂ, LCJ ਮੁੰਡ, ਠੀਕ ਹੈ। ਤੇ ਵੀ ਜ਼ੈਵਰੀਆਵਾ, ਅਜੀਬ ਜੇ ਨੇਮ ਨੇ, ਦੇਖੋ ਤੁਸੀਂ ਲਿੰਕ ਜਿਹਾ ਬਣਾ ਲਿਆ ਕਰੋ। ਅੱਛਾ, US ਓਪਨ ਦੇ ਵਿੱਚ ਜੇ ਮੈਨ ਡਬਲਸ ਦੀ ਗੱਲ ਕਰੀਏ ਤਾਂ ਵਿਮਨ ਦੀ ਗੱਲ ਹੋ ਗਈ ਹੈ ਨਾ, M ਪੈਵਿਕ ਤੇ B ਸੋਰਸ, ਇਹ ਸਾਰੇ ਨੇਮਸ ਨੇ ਜਿਹੜੇ ਵਿਨਰ ਸੀਗੇ। ਤਾਂ ਇਹ ਯਾਦ ਰੱਖਣੇ ਆ ਤੁਸੀਂ। ਕੁਐਸਚਨ ਆਫ ਦੀ ਡੇ ਦੇ ਵਿੱਚ ਦੇਖੋ ਕੀ ਦਿੱਤਾ, ਇਹਦੇ ਵਿੱਚ ਵੀ ਮੈਂ ਤੁਹਾਨੂੰ ਚੀਫ ਜਸਟਿਸ ਹੀ ਪੁੱਛਿਆ। ਹਾਂਜੀ, ਹੂ ਇਜ਼ ਦੀ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੌਣ ਨੇ, JK ਮਹੇਸ਼ਵਰੀ, ਗੋਬਿੰਦ ਮਾਥੁਰ, ਇੰਦਰਾ ਮੁਰਥੀ ਜਾਂ ਫਿਰ ਰਵੀ ਸ਼ੰਕਰ ਝਾ। ਅੱਛਾ, ਕਰੈਕਟ ਆਂਸਰ ਤਾਂ ਤੁਸੀਂ ਦੇਣਾ ਹੀ ਦੇਣਾ ਹੈ। ਇਸ ਤੋਂ ਇਲਾਵਾ ਜਿਹੜੇ ਅਦਰ ਆਪਸ਼ਨਸ ਬਚ ਜਾਣਗੇ ਉਹਨਾਂ ਦਾ ਵੀ ਦੱਸ ਦਿਓ ਕਿ ਕੌਣ ਕਿਹੜੀ ਸਟੇਟ ਦਾ ਕੀ ਹੈ ਚੀਫ ਜਸਟਿਸ ਹੈ, ਕਿਹੜੀ ਸਟੇਟ ਦੇ ਹਾਈ ਕੋਰਟ ਦਾ, ਠੀਕ ਹੈ ਜੀ। ਕਾਜ਼ੀਰੰਗਾ ਨੈਸ਼ਨਲ ਪਾਰਕ ਇਜ਼ ਇਨ ਵਿਚ ਸਟੇਟ, ਜਿਹੜਾ ਕਾਜ਼ੀਰੰਗਾ ਨੈਸ਼ਨਲ ਪਾਰਕ ਹੈ ਇਹ ਕਿਹੜੀ ਸਟੇਟ ਦੇ ਵਿੱਚ ਹੈ, ਗੁਜਰਾਤ, ਮਹਾਰਾਸ਼ਟਰ, ਕਰਨਾਟਕਾ, ਆਸਾਮ। ਤਾਂ ਇਹਦਾ ਕਰੈਕਟ ਆਂਸਰ ਟਾਈਪ ਕਰ ਦਿਓ ਕੀ ਹੈਗਾ, ਜਾਂ ਫਿਰ ਤੁਸੀਂ ABC ਨਾਲ ਵੀ ਲਿਖ ਸਕਦੇ ਹੋ। ਹਾਂਜੀ, ਇਹਦੇ 'ਚ ਮੈਂ ਕੀ ਇਨਕਲੂਡ ਕੀਤਾ ਹੈਗਾ, ਅੱਜ ਆਲਮੋਸਟ ਆਪਣੇ ਹਾਈ ਕੋਰਟ ਦੇ ਚੀਫ ਜਸਟਿਸ ਹੋ ਗਏ ਸੀਗੇ। ਹੈੱਡਕੁਆਟਰ ਆਫ ਬੈਂਕਾਂ ਦੇ ਜਿਹੜੇ ਹੈੱਡਕੁਆਟਰ ਨੇ ਜਿਹੜੇ ਮੁੰਬਈ ਦੇ ਵਿੱਚ ਹੈ, ਸਿਰਫ ਉਹ ਇਨਕਲੂਡ ਕੀਤੇ ਨੇ। ਇਹਨਾਂ ਵਿੱਚ ਥੋੜ੍ਹੇ ਤੁਹਾਨੂੰ ਮੈਂ ਰਿਵਾਈਜ਼ ਵੀ ਕਰਾਏ ਹੋਣਗੇ, ਥੋੜ੍ਹੇ ਨਵੇਂ ਵੀ ਹੋਣਗੇ, ਤਾਂ ਮੈਂ ਸੋਚਿਆ ਕਿ ਇੱਕ ਵਾਰ ਜ਼ਰੂਰ ਲਿਖ ਕੇ ਦੇ ਦਾਂ ਤੁਹਾਨੂੰ, ਜਿਨ੍ਹਾਂ ਨੇ ਨਹੀਂ ਵੀ ਕੀਤਾ ਤਾਂ ਉਹ ਵੀ ਕਰ ਸਕਣ, ਠੀਕ ਹੈ। ਤਾਂ ਇਹਨਾਂ ਸਾਰੇ ਬੈਂਕਸ ਦੇ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। RBI ਆਪਣਾ ਸੈਂਟਰਲ ਬੈਂਕ ਵੀ ਕਹਿੰਦੇ ਆ ਇਹਨੂੰ, ਸੈਂਟਰਲ ਬੈਂਕ ਵੀ ਕਹਿੰਦੇ, ਤੇ ਅਪੈਕਸ ਬੈਂਕ ਵੀ ਕਹਿੰਦੇ ਆ ਆਪਾਂ ਇਹਨੂੰ, ਠੀਕ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ, ਮੁੰਬਈ ਦੇ ਵਿੱਚ, ਯਾਦ ਰੱਖਣਾ। ICICI ਬੈਂਕ ਦਾ, ਐਕਸਿਸ ਬੈਂਕ ਦਾ ਵੀ, ਯੈਸ ਬੈਂਕ ਦਾ, ਕੋਟਕ ਮਹਿੰਦਰਾ ਬੈਂਕ ਦਾ, ਬੈਂਕ ਆਫ ਇੰਡੀਆ ਦਾ, SBI ਦਾ, ਸਟੇਟ ਬੈਂਕ ਆਫ ਇੰਡੀਆ ਯਾਨੀ ਕਿ HDFC ਬੈਂਕ ਦਾ, IDBI ਬੈਂਕ ਦਾ, ਤੇ RBL ਬੈਂਕ ਦਾ। ਇਹਨਾਂ ਸਭ ਦੇ ਹੈੱਡਕੁਆਟਰਸ ਕਿੱਥੇ ਆ, ਮੁੰਬਈ ਦੇ ਵਿੱਚ। ਅੱਛਾ, RBI ਆਪਣਾ ਸੈਂਟਰਲ ਬੈਂਕ ਹੈ, ਮੇਨ ਬੈਂਕ। 1935 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। 1949 ਦੇ ਵਿੱਚ ਇਹਦਾ ਰਾਸ਼ਟਰੀਕਰਨ ਮਤਲਬ ਕਿ ਨੈਸ਼ਨਲਾਈਜੇਸ਼ਨ ਹੋਇਆ ਸੀਗਾ। ਇਹ ਵੀ ਯਾਦ ਰੱਖਣਾ ਤੁਹਾਨੂੰ। ਜੇ ਤੁਹਾਨੂੰ ਪੁੱਛ ਲੈਣ ਕਿ ਫਸਟ ਇਹਦੇ ਜਿਹੜੇ ਆਪਣੇ ਗਵਰਨਰ ਕੌਣ ਸੀਗੇ, ਪਹਿਲੇ ਗਵਰਨਰ, ਤਾਂ ਉਹਨਾਂ ਦਾ ਨਾਮ ਹੈ ਜੀ ਔਸਬੋਰਨ ਸਮਿਥ, ਠੀਕ ਹੈ। ਤੇ ਜੇ ਤੁਹਾਨੂੰ ਇਹ ਪੁੱਛ ਲੈਣ ਕਿ ਜਿਹੜੇ ਇਹਦੇ ਪਹਿਲੇ ਫਸਟ ਇੰਡੀਅਨ ਗਵਰਨਰ ਕੌਣ ਹੈ, RBI ਦੇ ਫਸਟ ਇੰਡੀਅਨ ਗਵਰਨਰ ਕੌਣ ਹੈ, ਤਾਂ ਉਹਦਾ ਨਾਮ ਕੀ ਤੁਸੀਂ ਦੱਸੋਗੇ, CD ਦੇਸ਼ਮੁਖ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਪੁੱਛ ਸਕਦੇ ਨੇ ਕਿ ਐਟ ਪ੍ਰੈਜ਼ੈਂਟ ਗਵਰਨਰ ਕੌਣ ਨੇ ਹੁਣ, ਹੈ ਨਾ, ਤਾਂ ਹੈਗੇ ਨੇ ਜੀ ਸ਼ਕਤੀ ਕਾਂਤਾ ਦਾਸ। ਕਿੰਨਵੇਂ ਨੇ, 25ਵੇਂ। ਤਾਂ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇਹ ਤੋਂ RBI ਤੋਂ ਯਾਦ ਰੱਖਣੀ ਹੈ। 2-3 ਬੈਂਕਸ ਬਾਰੇ ਦੱਸ ਦਿੰਦੀ ਇਹਦੇ ਵਿੱਚ ਤਾਂ ਕਿ ਤੁਸੀਂ ਕੁਛ ਨਾ ਕੁਛ ਨੋਟ ਕਰ ਸਕੋ। ਜੇ ਆਪਾਂ ICICI ਬੈਂਕ ਬਾਰੇ ਗੱਲ ਕਰੀਏ, 1944 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਹੈੱਡਕੁਆਟਰ ਇਹਦਾ ਅਗੇਨ ਮੁੰਬਈ ਦੇ ਵਿੱਚ ਹੀ ਹੈ। MD ਤੇ CEO ਇਹਦੇ ਹੈਗੇ ਆ ਜੀ ਸੰਦੀਪ ਬਖਸ਼ੀ, ਨਾਮ ਯਾਦ ਰੱਖ ਲਿਓ, ਠੀਕ ਹੈ। ਬਖਸ਼ੀ। ਚੇਅਰਮੈਨ ਚਲੋ ਬਾਅਦ 'ਚ ਦੇਖਦੇ ਹਾਂ ਆਪਾਂ, ਕੋਈ ਗੱਲ ਨਹੀਂ, ਪਹਿਲਾਂ MD ਤੇ CEO ਯਾਦ ਕਰੋ ਇਹਦੇ। ਇਸ ਤੋਂ ਬਾਅਦ ਆਪਾਂ ਐਕਸਿਸ ਬੈਂਕ 'ਤੇ ਆ ਜਾਂਦੇ ਹਾਂ। ਐਕਸਿਸ ਬੈਂਕ ਹੈੱਡਕੁਆਟਰ ਇਹਦਾ ਵੀ ਮੁੰਬਈ ਦੇ ਵਿੱਚ। 1993 ਦੇ ਵਿੱਚ ਇਹਦੀ ਫਾਰਮੇਸ਼ਨ ਹੋਈ ਸੀ। ਚੇਅਰਮੈਨ ਹੈਗੇ ਆ ਜੀ ਇਹਦੇ ਰਾਕੇਸ਼ ਮਾਖੀਜਾ, ਠੀਕ ਹੈ। ਇਹ ਵੀ ਯਾਦ ਤੁਸੀਂ ਤੋਂ ਰੱਖ ਲਿਓ। ਯੈਸ ਬੈਂਕ ਦੀ ਜੇ ਮੈਂ ਗੱਲ ਕਰਾਂ,
ਯੈਸ ਬੈਂਕ ਦੀ ਸਥਾਪਨਾ ਜਿਹੜੀ 2004 ਦੇ ਵਿੱਚ ਹੋਈ ਸੀ। ਹੈੱਡਕੁਆਟਰ ਮੁੰਬਈ ਹੈ ਤੇ ਐਮਡੀ ਤੇ ਸੀਈਓ ਇਹਦੇ ਹੈਗੇ ਆ ਜੀ ਪ੍ਰਸ਼ਾਂਤ ਕੁਮਾਰ। ਪ੍ਰਸ਼ਾਂਤ ਕੁਮਾਰ, ਤਾਂ ਇਹ ਵੀ ਨਾਮ ਤੁਸੀਂ ਇਹਨਾਂ ਦਾ ਯਾਦ ਰੱਖ। ਦੈਨ ਆ ਗਿਆ ਆਪਣਾ ਕੋਟਕ ਮਹਿੰਦਰਾ ਬੈਂਕ। ਕੋਟਕ ਮਹਿੰਦਰਾ ਬੈਂਕ ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ, 2003 ਦੇ ਵਿੱਚ ਦੀ ਸਥਾਪਨਾ ਹੋਈ ਸੀ। ਠੀਕ ਹੈ, ਹੈੱਡਕੁਆਟਰ ਮੁੰਬਈ ਹੈ ਤੇ ਐਮਡੀ ਤੇ ਸੀਈਓ ਇਹਦੇ ਕੌਣ ਹੈ ਜੀ, ਉਦੇ ਕੋਟਕ। ਉਦੇ ਕੋਟਕ। ਅੱਛਾ, ਇਹਦੇ ਨਾਲ ਰਿਲੇਟਡ ਇੱਕ ਪੁਆਇੰਟ ਯਾਦ ਰੱਖਣਾ ਹੈ ਕਿ ਇਹ ਪਹਿਲਾ ਬੈਂਕ ਹੈ ਜਿਹਨੇ ਵੀਡੀਓ KYC ਫੈਸਿਲਿਟੀ ਹੈ ਜਿਹੜੀ ਸਟਾਰਟ ਕੀਤੀ ਹੈ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖ। ਕੁਝ ਕੁ ਇੰਪੋਰਟੈਂਟ ਬੈਂਕ SBI ਬਾਰੇ ਕਰ ਲੈਂਦੇ ਆ। SBI ਤੋਂ ਤੁਸੀਂ ਯਾਦ ਕੀ ਰੱਖਣਾ, 1 ਜੁਲਾਈ 1955 ਦੇ ਵਿੱਚ ਦੀ ਫਾਰਮੇਸ਼ਨ ਹੋਈ ਸੀ। ਇੰਪੀਰੀਅਲ ਬੈਂਕ ਦਾ ਨੇਮ ਚੇਂਜ ਕੀਤਾ ਸੀਗਾ। ਠੀਕ ਹੈ, ਤੇ ਰਜਨੀਸ਼ ਕੁਮਾਰ ਕੀ ਨੇ ਇਹਦੇ ਐਟ ਪ੍ਰੈਜ਼ੈਂਟ ਚੇਅਰਮੈਨ ਹੈ। ਠੀਕ ਹੈ, ਰਜਨੀਸ਼ ਕੁਮਾਰ। ਪਹਿਲਾਂ ਇੱਕ ਵਾਰ ਐਨਿਕ ਬੈਂਕਸ ਦਾ ਯਾਦ ਕਰੀਓ, ਬਾਕੀ ਆਪਾਂ ਰਿਟਨ ਦੇ ਵਿੱਚ ਵੀ ਪ੍ਰੋਵਾਈਡ ਕਰਾ ਦਾਂਗੇ, ਕੋਈ ਇਸ਼ੂ ਨਹੀਂ ਹੈਗਾ। ਕਾਫੀ ਸਾਰਾ ਤੁਹਾਨੂੰ ਮੈਂ ਇਨਫੋਰਮੇਸ਼ਨ ਦੇ ਸੀ, ਇਕੱਠੀ ਯਾਦ ਕਰਨੀ ਫਿਰ ਔਖੀ ਹੋ ਜੂਗੀ ਸਾਰਿਆਂ ਲਈ। ਠੀਕ ਹੈ, ਤਾਂ ਇੰਨਾ ਕੁ ਯਾਦ ਕਰ ਲਓ, ਬਾਕੀ ਦਾ ਬਾਅਦ 'ਚ ਆਪਾਂ ਹੌਲੀ ਹੌਲੀ ਕਵਰ ਕਰੀ ਜਾਵਾਂਗੇ, ਡੋਂਟ ਵਰੀ। ਠੀਕ ਹੈ ਜੀ। ਹਾਂਜੀ, ਅਨਅਕੈਡਮੀ ਦੇ ਉੱਤੇ ਲਾਈਵ ਕਲਾਸਿਸ ਹੁੰਦੀਆਂ ਨੇ ਜੀ ਫਨਕਾਰ ਸਰ ਦੀਆਂ, ਤੁਹਾਨੂੰ ਪਤਾ ਹੀ ਹੈ। ਤਾਂ ਉਸ ਲਾਈਵ ਕਲਾਸਾਂ ਨੂੰ ਜੁਆਇਨ ਜ਼ਰੂਰ ਕਰਨਾ ਹੈ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਵੇਰੀਅਸ ਲਿੰਕਸ ਮਿਲ ਜਾਣਗੇ, ਉਹਨਾਂ ਲਿੰਕਸ ਨੂੰ ਜੁਆਇਨ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਠੀਕ ਹੈ, ਟੈਲੀਗ੍ਰਾਮ ਗਰੁੱਪ ਵਗੈਰਾ ਜੁਆਇਨ ਕਰ ਲਿਓ। ਤਾਂ ਸਕਰੀਨ ਉੱਤੇ ਨੰਬਰ ਵੀ ਫਲੈਸ਼ ਹੋ ਰਿਹਾ, WhatsApp ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਕੋਈ ਡਾਊਟ ਵਗੈਰਾ ਹੁੰਦਾ। ਠੀਕ ਹੈ, ਵੀਡੀਓਜ਼ ਨੂੰ ਦੇਖੋ ਮੈਕਸਿਮਮ ਸ਼ੇਅਰ ਕਰ ਦਿਆ ਕਰੋ, ਕਿਉਂਕਿ ਇਹ 'ਤੇ ਐਫਰਟਸ ਲੱਗਦੇ ਕਾਫੀ ਬਣਾਉਣ ਦੇ ਲਈ, ਤਾਂ ਪਲੀਜ਼ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ।